ਸਤਨਾਮ ਵਾਹਿਗੁਰੂ ਸਾਹਿਬ ਜੀ। ਸਾਰੰਗ ਮਹਿਲਾ ਪੰਜਵਾ। ਬਿਨ ਪ੍ਰਭ ਰਹਿਨ ਨ ਜਾਏ ਕਰੀ, ਸਰਬ ਸੁਖ ਤਾਹੂ ਕੈ ਪੂਰਨ, ਜਾਂ ਕੈ ਸੁਖ ਹੈ ਹਰੀ। ਬਿਨ ਪ੍ਰਭ ਰਹਿਨ ਨ ਜਾਏ ਕਰੀ, ਸਰਬ ਸੁਖ ਤਾਹੂ ਕੈ ਪੂਰਨ, ਜਾ ਕੈ ਸੁਖ ਹੈ ਹਰੀ। ਰਹਾਉ ਮੰਗਲ ਰੂਪ ਪ੍ਰਾਨ ਜੀਵਨ ਧਨ, ਸਿਮਰਤ ਆਨੰਦ ਕਹਿਨਾ। ਵੱਡ ਸਮਰੱਥ ਸਦਾ ਸਦ ਸੰਗੇ, ਗੁਣ ਰਸਨਾ ਕਵਨ ਭਨਾ। ਥਾਨ ਪਵਿੱਤਰਾ ਮਾਨ ਪਵਿੱਤਰਾ, ਪਵਿੱਤਰ ਸੁਨਨ ਕਰਨ ਹਾਰੇ। ਕਹੋ ਨਾਨਕ ਤੇ ਭਵਨ ਪਵਿੱਤਰਾ, ਜਾਂ ਮੈਂ ਸੰਤ ਤੁਮਾਰੇ। ਥਾਨ ਪਵਿੱਤਰਾ ਮਾਨ ਪਵਿੱਤਰਾ, ਪਵਿੱਤਰ ਸੁਨਨ ਕਰਨ ਹਾਰੇ। ਕਹੋ ਨਾਨਕ ਤੇ ਭਵਨ ਪਵਿੱਤਰਾ, ਜਾ ਮੈਂ ਸੰਤ ਤੁਮਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਬ ਕਲਾ ਸਮਰੱਥ ਸਤਿਗੁਰੂ, ਚਵਰ ਛਤਰ ਤਖਤ ਦੇ ਮਾਲਕ, ਬਾਣੀ ਦੇ ਬੋਹਿਤ ਅਤੇ ਬ੍ਰਹਮ ਗਿਆਨ ਦੇ ਸਾਗਰ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਈਮਾਨ ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਵਾਹਿਗੁਰੂ ਜੀ ਦੀ ਬਖਸ਼ਿਸ਼ ਹੋਈ ਹੈ ਜੋ ਅੰਮ੍ਰਿਤ ਵੇਲੇ ਗੁਰੂ ਕੀ ਪਾਵਨ ਗੋਦ ਵਿੱਚ ਬੈਠ ਕੇ ਗੁਰਬਾਣੀ ਕੀਰਤਨ ਸਰਵਣ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਇੱਥੇ ਗੁਰੂ ਕੇ ਕੀਰਤਨੀਆਂ ਪਾਸੋਂ ਆਪ ਜੀ ਨੇ ਕੀਰਤਨ ਦਾ ਆਨੰਦ ਮਾਣਿਆ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੀ ਜੋ ਵਿਚਾਰ ਹਰ ਰੋਜ਼ ਆਪ ਜੀ ਸੁਣਦੇ ਹੋ, ਉਸ ਦੇ ਨਾਲ ਸੰਬੰਧਿਤ ਸਤਿਗੁਰੂ ਜੀ ਦੇ ਇਹ ਪਾਵਨ ਬਚਨ ਸਾਰੰਗ ਰਾਗ ਵਿੱਚੋਂ ਆਪ ਜੀ ਸਰਵਣ ਕਰ ਰਹੇ ਸੀ। ਗੁਰੂ ਅਰਜਨ ਦੇਵ ਜੀ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਮੁਖ ਵਾਕ ਦੇ ਰਾਹੀਂ ਗੱਲ ਵਾਹਿਗੁਰੂ ਜੀ ਦੇ ਨਾਮ ਦੀ, ਪਿਆਰ ਦੀ ਕੀਤੀ ਹੈ ਕਿ ਜਿਸ ਮਨੁੱਖ ਦੇ ਅੰਦਰ ਪ੍ਰਮਾਤਮਾ ਦਾ ਨਾਮ ਵਸ ਜਾਂਦਾ ਹੈ, ਉੱਥੇ ਸਾਰੇ ਸੁੱਖ ਆ ਜਾਂਦੇ ਨੇ। ਗੁਰੂਦੇਵ ਕਹਿੰਦੇ ਉਸ ਪ੍ਰਮਾਤਮਾ ਦੀ ਕਿਰਪਾ ਸਦਕੇ ਅਸੀਂ ਜਿਉ ਰਹੇ ਹਾਂ। ਸਾਡੀ ਜ਼ਿੰਦਗੀ ਦੀ ਹੋਂਦ ਉਸ ਪ੍ਰਮਾਤਮਾ ਕਰਕੇ ਹੈ। ਇਹ ਜੋ ਕੁਝ ਵੀ ਅਸੀਂ ਦੇਖ ਰਹੇ ਹਾਂ, ਗ੍ਰੰਥ ਸਾਹਿਬ ਜੀ ਦਾ ਬਚਨ ਕਿ ਜੇਤਾ ਕੀਤਾ ਤੇਤਾ ਨਾਉ, ਜੋ ਕੁਝ ਵੀ ਰੱਬ ਨੇ ਬਣਾਇਆ ਹੈ ਨਾ, ਇਹ ਨਾਮ ਰਾਹੀਂ ਬਣਿਆ ਹੈ। ਨਾਮ ਇਹਦੇ ਵਿੱਚ ਵਿਆਪਿਆ ਹੋਇਆ ਹੈ, ਇਹ ਨਾਮ ਹੀ ਹੈ। ਨਾਮ ਤੋਂ ਬਿਨਾਂ ਕੋਈ ਥਾਂ ਨਹੀਂ ਹੈ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਕੇ ਧਾਰੇ ਸਿਮਰਤ ਵੇਦ ਪੁਰਾਨ। ਜੋ ਕੁਝ ਵੀ ਇਹ ਨਾਮ ਦੁਆਰਾ ਹੀ ਸਾਜਿਆ ਹੋਇਆ ਹੈ, ਟਿਕਾਇਆ ਹੋਇਆ ਹੈ। ਅਸੀਂ ਉਸ ਨਾਮ ਤੋਂ ਬਿਨਾਂ ਜੀਉ ਹੀ ਨਹੀਂ ਸਕਦੇ। ਦਰਅਸਲ ਸਰੀਰਕ ਤੌਰ ਤੇ ਅਸੀਂ ਜੀ ਰਹੇ ਹਾਂ। ਜ਼ਿੰਦਗੀ ਦਾ ਮਕਸਦ ਪਰਮ ਆਨੰਦ ਮਾਨਣਾ ਹੈ, ਪਰਮ ਸੁੱਖ ਵਿੱਚ ਲਿਵਲੀਨ ਹੋਣਾ ਹੈ। ਜੇ ਅਸੀਂ ਜ਼ਿੰਦਗੀ 'ਚੋਂ ਉਹ ਆਨੰਦ ਨਹੀਂ ਮਾਣ ਸਕੇ ਤੇ ਸਤਿਗੁਰੂ ਜੀ ਕਹਿੰਦੇ ਜ਼ਿੰਦਗੀ ਜ਼ਿੰਦਗੀ ਨਹੀਂ ਗਿਣੀ ਜਾਂਦੀ। ਜੀਵਨ ਤਾਉ ਗਣੀਏ ਹਰ ਪੇਖਾ। ਜ਼ਿੰਦਗੀ ਜ਼ਿੰਦਗੀ ਤਾਂ ਗਿਣੀ ਜਾਣੀ ਹੈ ਜੇ ਅਸੀਂ ਜ਼ਿੰਦਗੀ 'ਚੋਂ ਰੱਬ ਦੇ ਦੀਦਾਰ ਕਰ ਲਏ, ਉਸ ਪਰਮ ਆਨੰਦ ਨੂੰ ਪ੍ਰਾਪਤ ਕਰ ਲਿਆ।
ਕੇਵਲ ਖਾਣ ਪੀਣ ਨੂੰ ਜ਼ਿੰਦਗੀ ਨਹੀਂ ਕਿਹਾ ਜਾਂਦਾ। ਸਤਿਗੁਰੂ ਜੀ ਨੇ ਅੰਮ੍ਰਿਤ ਬਾਣੀ 'ਚ ਬਚਨ ਕਿਹਾ ਕਿ ਜਨਮੇ ਕਾ ਫਲ ਕਿਆ ਗਣੀ, ਜਾਂ ਹਰ ਭਗਤ ਨ ਭਾਓ। ਅਸੀਂ ਜੇ ਸਾਡੇ ਹਿਰਦੇ 'ਚ ਵਾਹਿਗੁਰੂ ਜੀ ਦੀ ਭਾਵ ਭਗਤੀ ਨਹੀਂ ਹੈ, ਪਿਆਰ ਨਹੀਂ ਹੈ, ਤੇ ਜ਼ਿੰਦਗੀ ਦਾ ਫਲ ਕੀ ਗਣੀਏ ਕਿ ਕੀ ਮਿਲਿਆ ਸਾਨੂੰ? ਕੀ ਕੇਵਲ ਖਾਣਾ ਪੀਣਾ ਹੀ ਜ਼ਿੰਦਗੀ ਦਾ ਫਲ ਹੈ? ਫਿਰ ਤੇ ਬਹੁਤ ਲੋਕ ਨੇ ਜਿਨ੍ਹਾਂ ਨੇ ਖਾਧਾ ਪੀਤਾ ਫਿਰ ਵੀ ਪਰੇਸ਼ਾਨ ਨੇ। ਉਹ ਤੇ ਪਰੇਸ਼ਾਨ ਨਹੀਂ ਹੋਣੇ ਚਾਹੀਦੇ। ਜੇ ਜ਼ਿੰਦਗੀ ਦਾ ਫਲ ਮਿਲ ਜਾਏ, ਜ਼ਿੰਦਗੀ ਦੀ ਪਦਵੀ ਮਿਲ ਜਾਏ, ਜ਼ਿੰਦਗੀ ਦਾ ਸਿਖਰ ਮਿਲ ਜਾਏ, ਮਨੋਰਥ ਮਿਲ ਜਾਏ, ਸਫਲਤਾ ਮਿਲ ਜਾਏ, ਫਿਰ ਤੇ ਬੰਦਾ ਦੁਖੀ ਨਹੀਂ ਹੋਣਾ ਚਾਹੀਦਾ, ਪਰੇਸ਼ਾਨ ਨਹੀਂ ਹੋਣਾ ਚਾਹੀਦਾ। ਸਾਹਿਬ ਕਹਿੰਦੇ ਜੇ ਹਿਰਦੇ 'ਚ ਵਾਹਿਗੁਰੂ ਜੀ ਦੀ ਭਾਵ ਭਗਤੀ ਨਹੀਂ ਤੇ ਜਨਮੇ ਕਾ ਫਲ ਕਿਆ ਗਣੀ। ਫਿਰ ਜ਼ਿੰਦਗੀ ਦਾ ਫਲ ਆਪਾਂ ਕੀ ਗਣਾਂਗੇ? ਪੈਦਾ ਖਾਦਾ ਬਾਦ ਹੈ, ਮੁਖ ਝੂਠਾ ਅਲਾਓ। ਜੋ ਉਸ ਪਰਮਾਤਮਾ ਨੂੰ ਭੁਲਾ ਕੇ ਸਿਖਾ ਰਹੇ ਹਾਂ ਅਕਾਰਥ ਹੈ, ਬਿਰਥਾ ਹੈ। ਜੋ ਅਸੀਂ ਬੋਲ ਰਹੇ ਇਹ ਬਿਰਥਾ ਹੈ। ਜੀਵਨ ਤਾਂ ਗਿਣਿਆ ਜਾਏਗਾ ਜੇ ਅਸੀਂ ਵਾਹਿਗੁਰੂ ਜੀ ਦੇ ਪਿਆਰ ਜੁੜੇ ਹਾਂ। ਉਸ ਵਾਹਿਗੁਰੂ ਜੀ ਦੇ ਪਿਆਰ ਵਿੱਚ ਜੀ ਕੇ ਅਸੀਂ ਜੀਵਨ ਦਾ ਆਨੰਦ ਮਾਣਾਂਗੇ, ਸੁੱਖ ਮਾਣਾਂਗੇ। ਜਿੱਥੋਂ ਤੱਕ ਐਸ ਜ਼ਿੰਦਗੀ ਦੀ ਗੱਲ ਹੈ ਜੋ ਅਸੀਂ ਰੱਬ ਨਾਲੋਂ ਟੁੱਟ ਕੇ ਵੀ ਜੀਉ ਰਹੇ ਹਾਂ, ਇਹ ਵੀ ਉਹਦੇ ਕਰਕੇ ਹੀ ਹੈ। ਉਹ ਸਾਡੇ ਅੰਦਰ ਜੋ ਪ੍ਰਾਣ ਨੇ ਜਾਂ ਜੋਤ ਹੈ ਉਹ ਤੇ ਰੱਬ ਦੀ ਹੀ ਹੈ ਨਾ, ਰੱਬ ਦੀ ਟਿਕਾਈ ਹੋਈ। ਜੇ ਸਾਡੀ ਸੁੰਦਰਤਾ ਹੈ, ਜੇ ਸਾਡਾ ਕੋਈ ਬਲ ਹੈ, ਜੇ ਸਾਡਾ ਕੋਈ ਧਨ ਹੈ, ਤੇ ਉਸ ਵਾਹਿਗੁਰੂ ਕਰਕੇ ਹੈ। ਸਤਿਗੁਰੂ ਜੀ ਨੇ ਬਚਨ ਕਿਹਾ ਹੈ ਕਿ ਜੋ ਜਾਣੇ ਮੈਂ ਜੋਬਨਵੰਤ। ਜਿਹੜਾ ਮਨੁੱਖ ਸੋਚਦਾ ਕਿ ਮੈਂ ਜੋਬਨਵੰਤ ਹਾਂ, ਰੱਬ ਨੂੰ ਭੁਲਾ ਬੈਠਾ ਹੈ, ਉਹ ਤਾਂ ਬਿਸ਼ਟਾ ਦਾ ਜੰਤ ਹੈ। ਰੂਪਵੰਤ ਹੋਏ ਨਾ ਹੀ ਮੋਹ ਹੈ, ਪ੍ਰਭ ਕੀ ਜੋਤ ਸਗਲ ਘਟ ਸੋ ਹੈ। ਜੇ ਕੋਈ ਰੂਪਵੰਤ ਹੈ ਤੇ ਉਹਨੂੰ ਇਹਦਾ ਹੰਕਾਰ ਨਹੀਂ ਕਰਨਾ ਚਾਹੀਦਾ, ਕਿਉਂਕਿ ਰੱਬੀ ਜੋਤ ਹਰ ਹਿਰਦੇ 'ਚ ਹੈ, ਰੂਪ ਵਾਲੇ ਦੇ ਵਿੱਚ ਵੀ ਹੈ, ਤੇ ਉਹਦੇ ਸਦਕਾ ਹੀ ਇਹ ਰੂਪਵੰਤ ਹੈ। ਅਤ ਸੂਰਜ ਕੋਉ ਕਹਾਵੇ, ਪ੍ਰਭ ਕੀ ਕਲਾ ਬਿਨਾ ਕਿਆ ਤਾਵੇ। ਜੇ ਕੋਈ ਆਪਣੇ ਆਪ ਨੂੰ ਸੂਰਮਾ ਕਹਿਲਾਉਂਦਾ ਹੈ, ਬਹਾਦਰ ਹੈ, ਤੇ ਉਹ ਮਾਣ ਨਾ ਕਰੇ। ਰੱਬੀ ਕਲਾ ਤੋਂ ਬਿਨਾ ਕੋਈ ਬਹਾਦਰ ਨਹੀਂ ਬਣ ਸਕਦਾ। ਚੇਤਨਵਾਨ ਹੈ, ਵਿਦਵਾਨ ਹੈ, ਜੋ ਕੁਝ ਵੀ ਹੈ, ਇਹ ਉਸ ਪਰਮਾਤਮਾ ਦੀ ਜੋਤ ਸਦਕਾ। ਸਾਡੇ ਅੰਦਰ ਜੋ ਜੋਤ ਟਿਕੀ ਹੋਈ ਹੈ, ਜਿੰਨਾ ਮਰਜ਼ੀ ਕੋ ਸੂਰਮਾ ਹੋਏ, ਜਦੋਂ ਅੰਦਰੋਂ ਵਾਹਿਗੁਰੂ ਆਪਣੀ ਪ੍ਰਾਣ ਸ਼ਕਤੀ ਖਿੱਚ ਲੈਂਦਾ ਹੈ, ਉਹ ਸੂਰਮਾ ਮਿੱਟੀ ਦੀ ਢੇਰੀ ਹੋ ਜਾਂਦਾ। ਜਿੰਨਾ ਮਰਜ਼ੀ ਕੋ ਆਪਣੇ ਆਪ ਨੂੰ ਵਿਦਵਾਨ ਸਮਝੇ, ਅੰਦਰੋਂ ਜੋਤ ਚਲੀ ਗਈ ਤੇ ਉਹ ਬੰਦਾ ਜਿਹੜਾ ਨਾ ਬੜਾ ਵਿਦਵਾਨ, ਉਹ ਮਿੱਟੀ ਬਣ ਜਾਂਦਾ ਹੈ, ਕਿਸੇ ਅਰਥ ਨਹੀਂ ਰਹਿ ਜਾਂਦਾ। ਅਸੀਂ ਤਾਂ ਉਸ ਰੱਬੀ ਜੋਤ ਤੋਂ ਬਿਨਾ, ਉਸ ਵਾਹਿਗੁਰੂ ਜੀ ਤੋਂ ਬਿਨਾ ਇੱਕ ਛਿਨ ਵੀ ਜੀਉ ਹੀ ਨਹੀਂ ਸਕਦੇ। ਤੇ ਜੇ ਜ਼ਿੰਦਗੀ ਦਾ ਆਨੰਦ ਮਾਣਨਾ, ਫਿਰ ਤੇ ਉਹਦੇ ਪਿਆਰ ਤੋਂ ਬਿਨਾ ਆਪਾਂ ਮਾਣ ਹੀ ਨਹੀਂ ਸਕਦੇ। ਸਤਿਗੁਰੂ ਜੀ ਕਹਿੰਦੇ ਉਹ ਪਰਮਾਤਮਾ ਜਿਸ ਹਿਰਦੇ 'ਚ ਵਸ ਜਾਏ ਨਾ, ਉੱਥੇ ਸਾਰੇ ਸੁੱਖ। ਸਾਡੇ ਅੰਦਰ ਪ੍ਰਾਣ ਨੇ ਉਹਦੇ, ਅਸੀਂ ਚੱਲਦੇ ਹਾਂ, ਫਿਰਦੇ ਹਾਂ, ਜੋ ਕੁਝ ਵੀ ਕਰਦੇ ਹਾਂ ਉਸ ਦੀ ਸ਼ਕਤੀ ਸਦਕਾ ਕਰਦੇ ਹਾਂ। ਪਰ ਜੇ ਕਿਤੇ ਉਸ ਪਰਮਾਤਮਾ ਦਾ ਪਿਆਰ ਵੀ ਸਾਡੇ ਅੰਦਰ ਟਿਕ ਜਾਏ, ਤੇ ਸਾਹਿਬ ਜੀ ਕਹਿੰਦੇ ਫਿਰ ਤੇ ਮਨੁੱਖ ਜ਼ਿੰਦਗੀ ਦੇ ਅੰਦਰ ਹਰ ਸੁੱਖ ਮਾਣ ਲੈਂਦੇ, ਹਰ ਆਨੰਦ ਮਾਣ ਲੈਂਦੇ, ਜ਼ਿੰਦਗੀ ਦਾ ਚਾਅ ਮਾਣ ਲੈਂਦਾ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਮੁਖ ਵਾਕ ਰਾਹੀਂ ਉਸ ਪਰਮ ਪਿਤਾ ਵਾਹਿਗੁਰੂ ਜੀ ਦੀਆਂ ਵਡਿਆਈਆਂ ਦੱਸ ਕੇ, ਮਹਾਨਤਾ ਦਰਸਾ ਕੇ, ਜੋ ਉਹਦੇ ਪਿਆਰ 'ਚ ਜੁੜੇ ਨੇ ਉਹਨਾਂ ਦੀ ਕੀ ਮਹਾਨਤਾ ਹੈ, ਜੋ ਉਹਨੂੰ ਚੇਤੇ ਕਰਦੇ ਉਹਨਾਂ ਦੀ ਕੀ ਵਡਿਆਈ ਹੈ। ਜੇ ਜੋ ਸਾਨੂੰ ਪ੍ਰੇਰਣਾ ਸਤਿਗੁਰੂ ਜੀ ਦੇ ਰਹੇ ਨੇ, ਆਓ ਇਸ ਨੂੰ ਸਰਵਣ ਕਰਨ ਦੇ ਲਈ ਇਕਾਗਰਚਿਤ ਹੋਈਏ। ਗੁਰੂ ਚਰਨਾਂ ਦਾ ਧਿਆਨ ਧਰਦਿਆਂ ਮੁਖ ਤੋਂ ਸਾਰੇ ਹੀ ਉਚਾਰਨ ਕਰੀਏ ਜੀ, ਸਤਨਾਮ ਵਾਹਿਗੁਰੂ ਸਾਹਿਬ ਜੀ। ਸਾਰੰਗ ਮਹਿਲਾ ਪੰਜਵਾਂ, ਬਿਨ ਪ੍ਰਭ ਰਹਿਣ ਨਾ ਜਾਏ ਘਰੀ। ਗੁਰੂ ਕੇ ਇਹ ਪਾਵਨ ਅਮੋਲ ਬਚਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 1215 ਤੇ ਸੁਭਾਇਮਾਨ ਹਨ। ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਕਹਿੰਦੇ, ਬਿਨ ਪ੍ਰਭ ਰਹਿਣ ਨਾ ਜਾਏ ਘਰੀ। ਉਸ ਪ੍ਰਭੂ ਤੋਂ ਬਿਨਾ, ਪ੍ਰਭੂ ਦੀ ਜੋਤ ਤੋਂ ਬਿਨਾ ਅਸੀਂ ਤੇ ਇੱਕ ਘੜੀ ਵੀ ਰਹਿ ਨਹੀਂ ਸਕਦੇ। ਜਦੋਂ ਉਹ ਜੋਤ ਨਿਕਲ ਜਾਂਦੀ ਹੈ ਨਾ, ਫਿਰ ਕੋਈ ਘਰ 'ਚ ਰੱਖਣ ਲਈ ਤਿਆਰ ਨਹੀਂ ਹੈ ਬੰਦੇ ਨੂੰ। ਫਿਰ ਤਾਂ ਸਭ ਕਹਿੰਦੇ ਬਾਹਰ ਕੱਢ ਦਿਓ ਤੇ ਮੁਰਦਾ ਹੋ ਗਿਆ। ਉਹਦੇ ਤੋਂ ਬਿਨਾਂ ਅਸੀਂ ਮੁਰਦੇ ਹਾਂ। ਸਰੀਰ ਵਿੱਚ
ਉਹਦੀ ਜੋਤ ਨਾ ਹੋਵੇ, ਸਰੀਰ ਮੁਰਦਾ ਹੈ। ਹਿਰਦੇ 'ਚ ਉਹਦਾ ਪਿਆਰ ਨਾ ਹੋਵੇ ਤੇ ਮਨੁੱਖ ਅੰਦਰੋਂ ਮੁਰਦਾ ਹੋ ਜਾਂਦਾ ਹੈ। ਸਰੀਰ ਭਾਵੇਂ ਤੁਰਦਾ ਫਿਰਦਾ ਉਹ ਜੋਤ ਕਰਕੇ, ਪਰ ਜੇ ਅੰਦਰ ਪਿਆਰ ਨਾ ਹੋਵੇ। ਗੁਰੂ ਕੇ ਪਾਵਨ ਬਚਨ ਕੇ ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਤਨਵੰਤ, ਮਿਰਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਮਨੁੱਖਾ ਸਰੀਰ ਸਾਨੂੰ ਮਿਲਿਆ ਹੈ, ਇਹਦੇ ਅੰਦਰ ਵੀ ਮਨੁੱਖ ਜਿਉਂਦਾ ਹੋਣਾ ਚਾਹੀਦਾ। ਕਈ ਵਾਰੀ ਸਰੀਰ ਬਾਹਰੋਂ ਜਿਉਂਦਾ ਹੈ ਪਰ ਅੰਦਰਲਾ ਮਨੁੱਖ ਮਰ ਜਾਂਦਾ ਹੈ, ਜਿਹਨੂੰ ਆਪਾਂ ਕਹਿੰਦੇ ਇਹਦੇ ਅੰਦਰ ਇਨਸਾਨੀਅਤ ਮਰ ਗਈ ਹੈ, ਮਨੁੱਖਤਾ ਮਰ ਗਈ ਹੈ। ਮਨੁੱਖ ਜਦੋਂ ਅੰਦਰੋਂ ਮਰ ਜਾਏ ਨਾ, ਕਿਸੇ ਕੰਮ ਦਾ ਨਹੀਂ ਰਹਿੰਦਾ। ਅੰਦਰੋਂ ਪਸ਼ੂਪੁਣਾ ਮਰ ਜੇ, ਮਨੁੱਖਤਾ ਜਾਗ ਪਏ, ਮਨੁੱਖ ਜ਼ਿੰਦਗੀ 'ਚ ਸਾਰੇ ਕਾਰਜ ਰਾਸ ਕਰ ਲੈਂਦਾ ਹੈ। ਗੁਰੂ ਕੇ ਪਾਵਨ ਬਚਨ ਕੇ ਨਰੂ ਮਰੇ ਨਰ ਕਾਮ ਨਾ ਆਵੇ। ਨਰੂ ਦਾ ਅਰਥ ਨਰਪੁਣਾ, ਜਿਹਨੂੰ ਆਪਾਂ ਕਹਿੰਦੇ ਮਨੁੱਖਤਾ, ਮਰਦਪੁਣਾ। ਮਨੁੱਖ ਦੇ ਅੰਦਰੋਂ ਮਨੁੱਖਪੁਣਾ ਮਰ ਜਾਏ, ਇਨਸਾਨੀਅਤ ਮਰ ਜਾਏ, ਇਹ ਸਰੀਰ ਕਿਸੇ ਅਰਥ ਨਹੀਂ। ਇਹਦੇ ਤੇ ਉਹ ਹਾਲਤ ਹੈ, ਧੇਨ ਦੁੱਧ ਤੇ ਬਾਹਰੀ ਕਿਤੇ ਨਾ ਆਵੇ ਕੰਮ। ਸਾਡੀ ਸੁੰਦਰਤਾ ਕਿਤੇ ਕੰਮ ਨਹੀਂ ਆਉਣੀ, ਸਾਡਾ ਲਿਬਾਸ ਜਾਂ ਬਾਹਰੋਂ ਸੱਜ ਧੱਜ ਜੋ ਕਰਦੇ, ਇਹ ਕਿਸੇ ਕੰਮ ਨਹੀਂ ਆਉਣੀ। ਇਹਦਾ ਲੋਕਾਂ ਨੂੰ ਕੀ ਲਾਭ ਹੈ? ਸਤਿਗੁਰੂ ਜੀ ਕਹਿੰਦੇ ਜਿਵੇਂ ਗਊ ਦੁੱਧ ਨਾ ਦੇਵੇ, ਉਹ ਕਿਸੇ ਅਰਥ ਨਹੀਂ ਹੈ। ਮਨੁੱਖ ਦੇ ਅੰਦਰ ਰੱਬੀ ਗੁਣ ਨਾ ਹੋਣ, ਇਨਸਾਨੀਅਤ ਨਾ ਹੋਵੇ, ਇਹ ਕਿਸੇ ਅਰਥ ਨਹੀਂ ਹੈ। ਇਹ ਵੀ ਮੁਰਦਾ ਹੀ ਹੈ। ਸਰੀਰ 'ਚੋਂ ਜੋਤ ਨਿਕਲ ਜਾਏ, ਸਰੀਰ ਮੁਰਦਾ ਹੈ। ਮਨੁੱਖ ਦੇ ਅੰਦਰੋਂ ਰੱਬ ਦਾ ਪਿਆਰ ਖਤਮ ਹੋ ਜਾਏ, ਮਨੁੱਖ ਅੰਦਰੋਂ ਮੁਰਦਾ ਹੋ ਜਾਂਦਾ ਹੈ। ਉਹਦੇ ਅੰਦਰੋਂ ਰੱਬੀ ਗੁਣ ਖਤਮ ਹੋ ਗਏ, ਇਨਸਾਨੀਅਤ ਮੁੱਕ ਗਈ, ਪਿਆਰ ਮੁੱਕ ਗਿਆ, ਦਇਆ ਮੁੱਕ ਗਈ, ਧਰਮ ਮੁੱਕ ਗਿਆ। ਤੇ ਆਪਾਂ ਕਹਿੰਦੇ ਬੰਦਾ ਹੈ ਤੇ ਮਰਿਆ ਹੋਇਆ, ਜ਼ਮੀਰ ਹੀ ਨਹੀਂ ਹੈ ਇਹਦੀ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਅਸੀਂ ਉਸ ਵਾਹਿਗੁਰੂ ਜੀ ਤੋਂ ਬਿਨ ਪ੍ਰਭ ਰਹਿਣ ਨਾ ਜਾਏ ਘਰੀ। ਪਰਮਾਤਮਾ ਦੇ ਪਿਆਰ ਤੋਂ ਬਿਨਾ, ਪਰਮਾਤਮਾ ਦੀ ਜੋਤ ਤੋਂ ਬਿਨਾ ਇੱਕ ਘੜੀ ਵੀ ਅਸੀਂ ਰਹਿ ਨਹੀਂ ਸਕਦੇ, ਜਿਉਂਦੇ ਨਹੀਂ ਰਹਿ ਸਕਦੇ। ਦੇਖੋ ਇਹ ਤੇ ਮਨੁੱਖ ਦੀ ਅਹਿਸਾਸ ਜਾਂ ਫੀਲਿੰਗ ਹੈ। ਕੁਝ ਉਹ ਲੋਕ ਨੇ ਜਿਹੜੇ ਅੰਦਰੋਂ ਇਨਸਾਨੀਅਤ ਮਰੀ ਪਈ ਹੈ, ਤੁਰਦੇ ਫਿਰਦੇ ਨੇ ਬਹੁਤ ਜ਼ਿੰਦਗੀ 'ਚ, ਉਹ ਆਪਣੇ ਆਪ ਨੂੰ ਵਧੀਆ ਸਮਝਦੇ ਨੇ। ਪਰ ਜਿਨ੍ਹਾਂ ਨੂੰ ਅਹਿਸਾਸ ਹੋ ਜਾਂਦਾ ਹੈ, ਉਹ ਤਾਂ ਕਹਿੰਦੇ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਹੁਣ ਕਦ ਮਿਲੀਏ ਪ੍ਰਿਆ ਤੁਧ ਭਗਵੰਤਾ, ਮੋਇ ਰਹਿਣ ਨਾ ਵਿਹਾਵੇ ਨੀਂਦ ਨ ਆਵੇ, ਬਿਨ ਦੇਖੇ ਗੁਰ ਦਰਬਾਰੇ ਜੀਓ। ਉਹ ਤੇ ਇੱਕ ਘੜੀ ਕੀ ਇੱਕ ਛਿਨ ਵੀ ਉਸ ਪਰਮਾਤਮਾ ਦੇ ਪਿਆਰ ਤੋਂ ਬਿਨਾਂ ਜੀਉ ਨਹੀਂ ਸਕਦੇ। ਪਰ ਜਿਹੜੇ ਅੰਦਰੋਂ ਜਾਗਦੇ ਨੇ, ਇਹ ਗੱਲ ਉਹਨਾਂ ਦੀ ਹੈ, ਸੁੱਤਿਆਂ ਦੀ ਨਹੀਂ ਹੈ। ਸੁੱਤਿਆਂ ਦੇ ਘਰ ਲੁੱਟੇ ਜਾਂਦੇ, ਉਹਨਾਂ ਨੂੰ ਪਤਾ ਹੀ ਕੁਝ ਨਹੀਂ ਹੁੰਦਾ। ਜਾਗਦਿਆਂ ਨੂੰ ਫਿਕਰ ਹੁੰਦਾ ਹੈ, ਜਾਗਦਿਆਂ ਨੂੰ ਅਹਿਸਾਸ ਹੁੰਦਾ ਹੈ ਕਿਤੇ ਅਸੀਂ ਲੁੱਟੇ ਨਾ ਜਾਈਏ। ਜਿਹੜੇ ਅੰਦਰੋਂ ਜਾਗਦੇ ਨੇ, ਚੇਤਨ ਨੇ, ਉਹ ਤੇ ਰੱਬੀ ਪਿਆਰ ਤੋਂ ਬਿਨਾਂ ਇੱਕ ਘੜੀ ਵੀ ਜਿਉ ਨਹੀਂ ਸਕਦੇ, ਰਹਿ ਨਹੀਂ ਸਕਦੇ। ਸਤਿਗੁਰੂ ਜੀ ਕਹਿੰਦੇ ਸਰਬ ਸੁਖ ਤਾਹੂ ਕੈ ਪੂਰਨ, ਜਾਕੈ ਸੁਖ ਹੈ ਹਰੀ। ਜਿਸ ਮਨੁੱਖ ਦੇ ਮਨ ਵਿੱਚ ਉਹ ਸੁੱਖਾਂ ਦਾ ਦਾਤਾ ਹਰੀ ਪ੍ਰਮਾਤਮਾ ਵਾਹਿਗੁਰੂ ਵਸ ਗਿਆ, ਜਿਹਨੂੰ ਹਰ ਵੀ ਕਿਹਾ, ਪ੍ਰਮਾਤਮਾ ਕਿਹਾ। ਹਰ ਦਰਦ ਹਰ ਕਿਸੇ ਦਾ ਹੈ, ਜਿਹੜਾ ਹਰ ਕਿਸੇ ਦੇ ਹਿਰਦੇ 'ਚ ਹੈ, ਹਰ ਵੇਲੇ ਸਾਡੇ ਨਾਲ ਹੈ, ਔਰ ਹਰ ਅਸਥਾਨ ਤੇ ਹੈ ਸਾਡੇ ਨਾਲ। ਸਾਡੇ ਹਰ ਕੰਮ 'ਚ ਆਉਣ ਵਾਲਾ ਹੈ, ਹਰ ਸਮੇਂ ਕੰਮ ਆਉਣ ਵਾਲਾ ਹੈ ਸਾਡੇ। ਇਸ ਕਰਕੇ ਉਹਨੂੰ ਹਰੀ ਕਿਹਾ, ਜਿਹਦੇ ਕਰਕੇ ਅਸੀਂ ਹਰੇ ਪਰੇ ਹਾਂ। ਸਾਹਿਬ ਕਹਿੰਦੇ ਉਹ ਪ੍ਰਮਾਤਮਾ ਵਾਹਿਗੁਰੂ ਜਿਹਦੇ ਕਰਕੇ ਅਸੀਂ ਜਿਉ ਰਹੇ ਹਾਂ, ਜੋ ਸੁੱਖਾਂ ਦਾ ਘਰ ਹੈ, ਸੁੱਖਾਂ ਦਾ ਸਮੁੰਦਰ ਹੈ, ਜੋ ਸੁੱਖਾਂ ਦਾ ਸਰੂਪ ਹੈ, ਜਿਹਨੂੰ ਸੁੱਖ ਨਿਧਾਨ ਕਿਹਾ, ਜਿਸ ਮਨੁੱਖ ਦੇ ਅੰਦਰ ਉਹ ਪ੍ਰਮਾਤਮਾ ਵਸ ਗਿਆ, ਸਰਬ ਸੁਖ ਤਾਹੂ ਕਹਿ ਪੂਰਨ, ਉਸ ਮਨੁੱਖ ਦੀ ਜ਼ਿੰਦਗੀ ਅੰਦਰ ਸਾਰੇ ਸੁੱਖ ਆ ਗਏ, ਉਹਦੀ ਜ਼ਿੰਦਗੀ ਸੁੱਖਾਂ ਨਾਲ ਭਰ ਗਈ। ਉਹ ਕਹਿੰਦਾ ਦੁੱਖ ਨਹੀਂ, ਸਭ ਸੁੱਖ ਹੀ ਹੈ ਰੇ। ਦਰਅਸਲ ਇਹ ਮਨੁੱਖ ਦੀ ਆਪਣੀ ਦ੍ਰਿਸ਼ਟੀ ਹੈ ਕਿ ਉਹਨੇ ਸੁਖੀ ਹੋਣਾ ਹੈ ਜਾਂ ਦੁਖੀ ਹੋਣਾ ਹੈ, ਇਹ ਮਨੁੱਖ ਦੇ ਹੱਥ ਵਿੱਚ ਹੈ। ਇਹ ਪ੍ਰਮਾਤਮਾ ਕਿਸੇ ਨੂੰ ਦੁਖੀ ਨਹੀਂ ਕਰਦਾ। ਪ੍ਰਮਾਤਮਾ ਸੁਖ ਨਿਧਾਨ ਹੈ, ਸੁੱਖਾਂ ਦਾ ਸਮੁੰਦਰ ਹੈ, ਸੁੱਖਾਂ ਦਾ ਘਰ ਹੈ। ਪ੍ਰਮਾਤਮਾ ਦੇ ਘਰ 'ਚ ਹੈ ਹੀ ਆਨੰਦ ਹੈ।
ਗੁਰੂ ਕੇ ਬਚਨ ਨੇ ਕਿ ਤੇਰੇ ਘਰ ਆਨੰਦ ਵਧਾਈ ਤੁਧ ਘਰ, ਉਹਦੇ ਘਰ 'ਚ ਆਨੰਦ ਹੈ। ਹੁਣ ਸੁਖੀ ਜਾਂ ਦੁਖੀ ਹੋਣਾ ਇਹ ਮਨੁੱਖ ਦੀ ਆਪਣੀ ਸੋਚ ਤੇ ਨਿਰਭਰ ਕਰਦਾ ਹੈ। ਮਨੁੱਖ ਪ੍ਰਮਾਤਮਾ ਨਾਲੋਂ ਟੁੱਟ ਕੇ ਹਉਮੈ ਵਿੱਚ ਜਿਉਏਗਾ। ਦੇਖੋ ਕਿੰਨੀ ਸੋਹਣੀ ਧਰਤੀ ਰੱਬ ਨੇ ਬਣਾਈ ਹੈ। ਇਸ ਧਰਤੀ ਨੂੰ ਸਤਿਗੁਰੂ ਜੀ ਨੇ ਧਰਮਸਾਲ ਕਿਹਾ। ਇਸ ਧਰਤੀ ਨੂੰ ਗੁਰੂ ਬਾਣੀ ਨੇ ਭੂਮ ਰੰਗਾਵਲੀ ਕਿਹਾ ਹੈ। ਸਮੁੱਚੇ ਬ੍ਰਹਿਮੰਡ ਦੇ ਅੰਦਰ ਅਗਰ ਕੋਈ ਸਭ ਤੋਂ ਵਧੀਆ ਪਲੈਨਟ ਹੈ ਜ਼ਿੰਦਗੀ ਜਿਉਣ ਦਾ ਤੇ ਉਹ ਧਰਤੀ ਹੈ। ਜਿੰਨੀ ਕੁ ਖੋਜ ਮਨੁੱਖ ਨੇ ਕਰ ਲਈ ਹੈ ਉਹਦਾ ਇਹ ਤੱਤ ਹੈ ਕਿ ਜ਼ਿੰਦਗੀ ਧਰਤੀ ਤੇ ਹੈ। ਇਹ ਜ਼ਿੰਦਗੀ ਦੀ ਵਡਿਆਈ ਗੁਰਬਾਣੀ 'ਚ ਕੀਤੀ ਗਈ ਧਰਤੀ ਦੀ। ਇੰਨੀ ਵਧੀਆ ਧਰਤੀ ਤੇ ਮਨੁੱਖ ਆਇਆ ਹੈ, ਪਰ ਇੱਥੇ ਕਹਿੰਦਾ ਜੀ ਮੈਨੂੰ ਚੰਗਾ ਹੀ ਕੁਝ ਨਹੀਂ ਲੱਗਦਾ, ਮੈਂ ਤੇ ਪਰੇਸ਼ਾਨ ਬੜਾ ਹਾਂ। ਫਿਰ ਧਰਤੀ ਤੇ ਵਧੀਆ ਹੈ, ਜਿੰਨੀ ਉੱਤਮ ਜ਼ਿੰਦਗੀ ਮਨੁੱਖ ਨੂੰ ਦਿੱਤੀ ਹੈ। ਚਲੋ ਹੋਰ ਧਰਤੀਆਂ ਦੇ ਬਾਰੇ ਤੇ ਜਿਨ੍ਹਾਂ ਨੇ ਜਾਣਿਆ ਦੱਸ ਦਿੱਤਾ, ਅਸੀਂ ਨਹੀਂ ਜਾਣਦੇ ਸੁਣਿਆ, ਪਰ ਇਹ ਤੇ ਅਸੀਂ ਜਾਣਦੇ ਹਾਂ ਨਾ ਕਿ ਜੋ ਕੁਝ ਸਾਡੇ ਆਲੇ ਦੁਆਲੇ ਜੂਨਾਂ ਵਿਚਰਦੀਆਂ ਨੇ ਉਹਨਾਂ ਨਾਲੋਂ ਮਨੁੱਖ ਦੀ ਜ਼ਿੰਦਗੀ ਕਿੰਨੀ ਸ੍ਰੇਸ਼ਟ ਹੈ। ਮਨੁੱਖ ਚਾਹੇ ਦੇਖੋ ਨਾ ਹਵਾਈ ਜਹਾਜ਼ਾਂ 'ਚ ਉੱਡ ਰਿਹਾ ਹੈ, ਮਨੁੱਖ ਵੱਡਾ ਵੱਡਾ ਡਾਕਟਰ ਬਣ ਕੇ ਪਰਉਪਕਾਰ ਕਰ ਰਿਹਾ ਹੈ, ਵੱਡਾ ਵੱਡਾ ਧਨਵਾਨ ਬਣ ਜਾਂਦਾ ਹੈ, ਗਿਆਨਵਾਨ ਬਣ ਜਾਂਦਾ ਹੈ। ਮਨੁੱਖ ਜ਼ਿੰਦਗੀ ਅੰਦਰ ਜੋ ਮਰਜ਼ੀ ਬਣ ਜਾਂਦਾ ਹੈ, ਕੇਵਲ ਮਨੁੱਖ, ਹੋਰ ਜੂਨਾਂ ਨਹੀਂ ਬਣਨਗੀਆਂ। ਜਿੱਥੇ ਧਰਤੀ ਉੱਤਮ ਹੈ, ਇਸ ਧਰਤੀ ਤੇ ਵਾਹਿਗੁਰੂ ਜੀ ਨੇ ਸਾਨੂੰ ਜ਼ਿੰਦਗੀ ਉੱਤਮ ਦਿੱਤੀ। ਕੇਵਲ ਜ਼ਿੰਦਗੀ ਉੱਤਮ ਨਹੀਂ ਹੈ, ਅਸੀਂ ਇਸ ਉੱਤਮ ਜ਼ਿੰਦਗੀ 'ਚ ਕਿੰਨੀਆਂ ਉੱਤਮ ਚੀਜ਼ਾਂ ਬਣਾਈਆਂ ਨੇ, ਕਿੰਨੀਆਂ ਸੁੱਖ ਸਹੂਲਤਾਂ ਨੇ ਮਨੁੱਖ ਦੇ ਕੋਲ। ਗੁਰਬਾਣੀ ਨੇ ਬਹੁਤ ਚਿਰ ਪਹਿਲਾਂ ਕਿਹਾ ਸੀ, ਅਤ ਸੁੰਦਰ ਤੇਰੀ ਪਾਕਸ਼ਾਲ। ਜਿੱਥੇ ਤੂੰ ਭੋਜਨ ਪਾਣੀ ਬਣਾਉਣਾ ਹੈ ਨਾ, ਉਹ ਕਿੰਨਾ ਸੁੰਦਰ ਸਥਾਨ ਹੈ ਤੇਰਾ। ਕਿੰਨੇ ਸੋਹਣੇ ਰਹਿਣ ਲਈ ਘਰ ਸਾਨੂੰ ਪਰਮਾਤਮਾ ਨੇ ਦਿੱਤੇ ਨੇ, ਕਿੰਨੇ ਸੋਹਣੇ ਨਗਰਾਂ 'ਚ ਅਸੀਂ ਰਹਿ ਰਹੇ ਹਾਂ। ਸਾਡੇ ਖਾਣ ਪੀਣ ਦੇ ਲਈ ਕਿੰਨੇ ਵਧੀਆ ਵਧੀਆ ਪਦਾਰਥ ਪਰਮਾਤਮਾ ਨੇ ਬਣਾਏ ਨੇ। ਇਹਨਾਂ ਕੁਝ ਵਾਹਿਗੁਰੂ ਜੀ ਨੇ ਵਧੀਆ ਬਣਾਇਆ ਹੈ। ਮਨੁੱਖ ਪਰੇਸ਼ਾਨ ਹੈ, ਮਨੁੱਖ ਜ਼ਿੰਦਗੀ ਤੋਂ ਪਰੇਸ਼ਾਨ ਹੈ। ਬਹੁਤਾਤ ਉਹਨਾਂ ਲੋਕਾਂ ਦੀ ਜਿਹੜੇ ਜ਼ਿੰਦਗੀ ਤੋਂ ਬੜੇ ਪਰੇਸ਼ਾਨ ਨੇ ਤੇ ਕਈ ਤੇ ਜ਼ਿੰਦਗੀ ਖਤਮ ਕਰਨ ਵੱਲ ਤੁਰ ਪੈਂਦੇ ਨੇ, ਰੱਬ ਦੀ ਦਿੱਤੀ ਜ਼ਿੰਦਗੀ ਨੂੰ ਬਰਬਾਦ ਕਰ ਦਿੰਦੇ ਨੇ। ਇਹਦਾ ਮਤਲਬ ਕਿ ਉਹਨਾਂ ਨੂੰ ਇਸ ਜ਼ਿੰਦਗੀ ਦੀ ਵਡਿਆਈ ਦਾ, ਰੱਬ ਦੀਆਂ ਮਿਹਰਾਂ ਦਾ, ਰਹਿਮਤਾਂ ਦਾ ਪਤਾ ਨਹੀਂ ਹੈ, ਕਦਰ ਨਹੀਂ ਹੈ ਕਿ ਰੱਬ ਕਿੰਨਾ ਕੁ ਸਾਡੇ ਤੇ ਤਰੁੱਠਿਆ ਹੈ, ਕਿੰਨੀ ਕਿਰਪਾ ਕਰਕੇ ਸਾਨੂੰ ਇਹ ਮਹਾਨ ਉੱਤਮ ਰੁਤਬਾ ਦਿੱਤਾ ਹੈ। ਸੁਖੀ ਹੋਣਾ ਹੈ ਤੇ ਸਾਡੇ ਕੋਲ ਬਹੁਤ ਕੁਝ ਹੈ ਸੁਖੀ ਹੋਣ ਦੇ ਲਈ, ਤੇ ਦੁਖੀ ਹੋਣਾ ਤੇ ਉਹ ਸਾਡੀ ਮਰਜ਼ੀ ਹੈ। ਦੇਖੋ ਅਸੀਂ ਜਿੱਥੇ ਬੈਠੇ ਹਾਂ ਉੱਥੇ ਬੈਠੇ ਸੁੱਖ ਨੂੰ ਮਾਣ ਸਕਦੇ ਹਾਂ। ਅਸੀਂ ਗੁਰੂ ਕੀ ਹਜ਼ੂਰੀ 'ਚ ਬੈਠੇ ਹਾਂ ਨਾ, ਗੁਰੂ ਕੀ ਹਜ਼ੂਰੀ 'ਚ ਆਪਾਂ ਅਹਿਸਾਸ ਕਰੀਏ, ਸੋਚੀਏ ਕਿ ਅਸੀਂ ਕਿੰਨੇ ਵੱਡੇ ਭਾਗਾਂ ਵਾਲੇ ਹਾਂ। ਕੁਝ ਲੋਕ ਸੁੱਤੇ ਪਏ ਨੇ, ਕੁਝ ਹੋਰ ਦੁਨੀਆ ਦੇ ਕਾਰ ਵਿਹਾਰਾਂ 'ਚ ਲੱਗੇ ਨੇ। ਅਸੀਂ ਸਤਿਗੁਰੂ ਜੀ ਦੀ ਹਜ਼ੂਰੀ 'ਚ ਬੈਠੇ ਸੀ ਤੇ ਉਹਨਾਂ ਲੋਕਾਂ ਨਾਲੋਂ ਕਿੰਨੇ ਹੀ ਉੱਤਮ ਆ। ਗੁਰੂ ਕੀ ਹਜ਼ੂਰੀ 'ਚ ਬੈਠਣਾ ਕੋਈ ਮਾਮੂਲੀ ਗੱਲ ਨਹੀਂ ਹੈ। ਇਸ ਗੱਲ ਦੀ ਵਡਿਆਈ ਦਾ ਸਾਨੂੰ ਅਹਿਸਾਸ ਆ ਜਾਂ ਨਹੀਂ ਅਹਿਸਾਸ। ਇਹ ਗੁਰੂ ਕੀ ਹਜ਼ੂਰੀ ਉਹ ਹਜ਼ੂਰੀ ਹੈ ਜਿਹਨੂੰ ਕਿਹਾ ਕਿ ਵਿੱਚ ਸੰਗਤ ਹਰ ਪ੍ਰਭ ਵਸੇ ਜੀਓ। ਦੁਨੀਆ ਰੱਬ ਦੀ ਚਰਚਾ ਕਰਦੀ ਕਿ ਰੱਬ ਨੂੰ ਮਿਲਣਾ ਹੈ। ਕੋਈ ਤੀਰਥਾਂ ਤੇ, ਕੋਈ ਜੰਗਲਾਂ 'ਚ ਪਤਾ ਨਹੀਂ ਕਿੰਨੀ ਖੇਚਲ ਕਰ ਰਿਹਾ, ਤੇ ਸਾਨੂੰ ਸਾਡੇ ਸਤਿਗੁਰੂ ਜੀ ਕਹਿੰਦੇ ਵਿੱਚ ਸੰਗਤ ਹਰ ਪ੍ਰਭ ਵਸੇ ਜੀਓ। ਅਸੀਂ ਤੇ ਰੱਬ ਦੇ ਘਰ 'ਚ ਬੈਠੇ ਹੋਏ ਹਾਂ। ਇਹ ਅਹਿਸਾਸ ਦੀ ਗੱਲ ਹੈ, ਕੋਈ ਸਮਝੇ ਕਿ ਰੱਬ ਦਾ ਘਰ ਹੈ। ਤੇ ਜਿਹਨੇ ਆਵਾਜਾਈ ਲਈ ਸਮਝਣਾ, ਆਓ ਜੀ ਦੇਖ ਦਿਓ ਆਪਾਂ ਚਲੇ ਜਾਣਾ, ਇਹ ਉਹਨਾਂ ਦੀ ਆਪਣੀ ਅਵਸਥਾ ਹੈ। ਗੁਰਬਾਣੀ ਇਹ ਗੱਲ ਕਹਿੰਦੀ, ਵੱਡ ਭਾਗੀ ਹਰ ਸੰਗਤ ਪਾਵੇਂ। ਕੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਹ ਬਚਨ ਸੱਤ ਨਹੀਂ ਹੈ? ਅਸੀਂ ਵੱਡੇ ਭਾਗਾਂ ਵਾਲੇ ਨਹੀਂ ਹੈ, ਅਸੀਂ ਗੁਰੂ ਕੀ ਹਜ਼ੂਰੀ 'ਚ ਬੈਠੇ ਹਾਂ। ਅਸੀਂ ਬਾਹਰਲੀ ਚੁਗਲੀ ਤੋਂ, ਨਿੰਦਿਆ ਤੋਂ, ਬੋਲ ਬੁਲਾਰੇ ਤੋਂ ਐਨ ਇੱਕ ਵੱਖਰੇ ਜਿਹੇ ਹੋ ਕੇ ਇੱਕ ਨਿਵਕਲੀ ਥਾਂ ਤੇ ਬੈਠੇ ਹਾਂ, ਜਿਹਨੂੰ ਸਤਿਗੁਰੂ ਜੀ ਨੇ ਬੈਕੁੰਠ ਕਿਹਾ। ਬੈਕੁੰਠ ਕੀ ਹੈ? ਸਾਧ ਸੰਗਤ ਬੈਕੁੰਠੇ ਆਹੇ। ਅਸੀਂ ਮਰਨ ਤੋਂ ਬਾਅਦ ਬੈਕੁੰਠ ਜਾਣ ਦੀਆਂ ਆਸਾਂ ਲਾਈ ਬੈਠੇ, ਉਡੀਕਦੇ ਕਦੋਂ ਮਰੀਏ ਤੇ ਕਦੋਂ ਬੈਕੁੰਠ ਜਾਈਏ, ਕਦੋਂ ਸੱਚਖੰਡ ਵਾਸੀ ਬਣੀਏ। ਉਹ ਵੀ ਕੋਈ ਬਣਦਾ ਕਿ ਨਹੀਂ ਬਣਦਾ, ਉਹਦੀ ਫੋਟੋ ਤੇ ਲਿਖ ਦਿੱਤਾ ਜਾਂਦਾ ਜੀ ਸੱਚਖੰਡ ਵਾਸੀ।
कदों मरांगे, कदों सचखंड जावांगे, वो सचखंड की सानू की लोड़ है? सानू तो हुण सतगुरु जी ने सचखंड दिता है, हुण दिता है। ये साडी किन्नी मंदभागत है कि जो साडे कोल है ना उहदा सानू एहसास ही नहीं है। जो सानू दातां मिलियां ने मनुखा जिंदगी च उहदी वडियाई दा ही सानू पता नहीं है। रब ने जो कुछ उत्तम बनाया उहदी सानू ज्ञान ही नहीं है। असीं सोचदे कि मरण तो बाद वधिया थां मिलेगी, मरण तो बाद सचखंड मिलेगा, मरण तो बाद सानू मुक्ति मिल जाएगी। सानू यह जिंदगी च इन्ना कुछ दिता है, इनू तो आपां संभालीए, इहदे लई ते रब दा शुकराना करिए। असीं इत्थे बैठे हां, जे वाहिगुरू जी दा धन्नवाद करिए। परमात्मा असीं किन्ने लोगां नालों चंगे हां कि असीं तुहाडी हजूरी च बैठ के गुरु दी प्रभु दी गल तां सुण रहे हां ना। सुख अपने आप आउणा शुरू हो जाएगा। घर च बैठे हां, बेअंत लोग जिन्हां को घर ही नहीं है, असीं घर च बैठे रब दा धन्नवाद कर दईए, सुख वरतना शुरू हो जाएगा। रोटी पानी खाने रब दा धन्नवाद कर दईए कि किन्ने लोग रोटी की खातर धक्के खा रहे ने, चौंकां च बैठे ने, सानू रब ने घर च ही मेहनत करके दे दी है। धन्नवाद है वाहिगुरू जी का। असीं तंदुरुस्त हां, तुरदे फिरदे हां, दिखदा है, सुनदा है, शरीर चलदा फिरदा, नींद सोहनी आउंदी, रब दा सानू धन्नवाद करिए। कई लोग तो नींद दीयां गोलियां खा के सौंदे ने, असीं ते उन्हां नालों किन्ने ही चंगे हां, किन्ने सुखी आपां। साडे कोल ते बहुत सुख ने। दरअसल जदों मनुख दे कोल सुख हुंदे उहनूं सुखां दी कदर नहीं हुंदी। साडे कोल अखियां हन, असीं रब दा धन्नवाद नहीं करदे। इन्हां अखां नाल बुरीआं चीज़ां देखण लई उतावले हां। इन्हां अखां दा ते पता उदों लगदा जदों अखां चलियां ही जांदियां ने। जिन्हां दियां नहीं उन्हां नूं पुछ लईए किन्नियां महान ने अखां, पर सानूं नहीं पता लगदा किन्नियां महान ने। ਕੰਨ ने साडे कोल सुणन दे लई, इन्हां नाल हर जस सरवण कर सकदे हां, होर बहुत कुछ सुण सकदे हां, पर सानूं कदर नहीं इन्हां दी। कदर तो उन्होंने जिन्होंने कोल कंन ही नहीं, विचारे बोले ने, गूंगे ने, उन्होंने पुछो। जो कुछ साडे कोल है इनू देखना शुरू कर दईए। सुख ही सुख है जिंदगी च, दुख है कोई नहीं। दुख की है? जो मैं चाहुंदा हाँ, जदों मैं चाहुंदा हाँ, जिद्दां मैं चाहुंदा हाँ, जिन्ना मैं चाहुंदा मिल जाए। नहीं मिलिया तो दुखी, जे नहीं मिलिया तो दुखी, मिल गया तो सुखी। यही है ना। तो जे आपां कहीए कि जो साडी लियाकत सी रब ने दे दिता है, जो साडे लई वधिया सी रब ने दे दिता है, उहदा धन्नवाद, आपे सुखी हो जावांगे। पर क्योंकि सानू रब ते भरोसा नहीं है, रब ते यकीन नहीं, असीं कहने रब साडे नाल अन्याय कर रहा है। जदों असीं कहने कि रब जी आह चाहीदा सानू दे दो, इहदा मतलब कि रब नूं पता ही नहीं सानू की चाहीदा। रब जिहड़ा है वह अंतरजामी नहीं है ना साडीआं नज़रां च। गुरबाणी तां कहंदी ਉਹ सद सुनदा सद वेखदा है। जिन्हां नूं रब दा एहसास हो गया वो कहंदे चित चितों अरदास करूं पर कह भी ना सकूं। मैं सोचदा सां अरदास करां पर कर नहीं सकदा, क्योंकि सर्ब चिंत तुद पास साध संगत हों तक्को। मैं देखिया तुहानूं ते चिंता ही बड़ी साडी। जिन्नी रब नूं साडी चिंता है ना, असीं उन्नी चिंता अपने बच्चिआं दी नहीं करते जिन्नी रब नूं साडी चिंता है। रब नूं देखो किन्नी चिंता है साडे लई, किन्ना कुछ धरती ते पैदा करी जा रही है। ताजी हवा, हाए दिन है, फ्रैश सूरज आउंदा है, ताज़ा लाइट लैके आउंदा है। रब नूं चिंता है साडी, रब नूं चिंता है, पर सानू अपनी चिंता नहीं है। असीं कहने चिंता है, सानू नहीं चिंता अपनी। असीं बिल्कुल अडंबर कर रहे, पखंड कर रहे कि सानू अपनी चिंता है। जे सानू अपनी चिंता होए असीं हवा नूं गंदिया ना करिए, जे सानू अपनी चिंता होए असीं पानी नूं गंदिया ना करिए। मनुख नूं अपनी चिंता नहीं, मनुख पखंड कर रहा चिंता दा, वाधू दी चिंता। जिहड़ी चिंता रब ने करनी सी वो चिंता अपने ते लैके ते वखरा ही रब बनिया फिरदा है। मनुख दे दुखां दा कारण ते है, रब नूं साडी चिंता है। नानक चिंता मत करो चिंता तिस ही है। पर असीं जिहड़ी चिंता करदे आ ना वो अज्ञानता वस एक वाधू जी चिंता करके असीं रब बनना चाहुंदे आ। सानू चिंता करनी चाहिए सी कि असीं हवा नूं साफ किवें रखना है। कोई नहीं करता, कोई धार्मिक बंदा नहीं करता, कोई समाजिक नहीं करता, कोई राजनीतिक नहीं करता। जिहड़े करदे उन्हां नूं नमस्कार है भाई। किसी नूं फिक्र नहीं कि पानी साडा जहर बन गया। कोई चिंता नहीं किसी नूं कि साडियां आउण वालियां पीढ़ियां असीं कहंदे जी बच्चियां लई पैसा इकट्ठा कर दो, बच्चियां दी बड़ी चिंता। असीं चिंता ही नहीं करते बच्चियां दी। जे बच्चियां दी चिंता होए ते असीं अपणियां आउण वालियां पीढ़ियां लई पानी नूं गंदियां करके जाइए। असीं जे बच्चियां दी चिंता होए
ਤੇ ਅਸੀਂ ਕੋਈ ਹਵਾ ਨੂੰ ਗੰਦੀਆਂ ਕਰ ਦਈਏ, ਕੈਮੀਕਲ ਨਾਲ ਹੀ ਭਰ ਦਈਏ। ਲੇਕਿਨ ਸਾਨੂੰ ਚਿੰਤਾ ਨਹੀਂ, ਅਸੀਂ ਅਡੰਬਰ ਕਰ ਰਹੇ ਹਾਂ ਕਿ ਬੱਚਿਆਂ ਦੀ ਚਿੰਤਾ ਹੈ ਜੀ, ਬੜਾ ਫਿਕਰ ਹੈ। ਕਿੰਨਾ ਕੁ ਫਿਕਰ ਸਾਨੂੰ ਆਪਣੀ ਆਉਣ ਵਾਲੇ ਬੱਚਿਆਂ ਦਾ। ਅਸੀਂ ਤੇ ਆਉਣ ਵਾਲੇ ਬੱਚਿਆਂ ਲਈ ਉਹ ਰੋਗ ਪੈਦਾ ਕਰ ਦਿੱਤੇ ਜਿਨ੍ਹਾਂ ਦਾ ਇਲਾਜ ਹੀ ਕੋਈ ਨਹੀਂ ਹੈ। ਆਉਣ ਵਾਲੇ ਬੱਚੇ ਸਾਨੂੰ ਕੋਈ ਵਧੀਆ ਨਹੀਂ ਕਹਿਣਗੇ ਕਿ ਅਸੀਂ ਬੜੀਆਂ ਮੰਜ਼ਲਾਂ ਬਣਾ ਗਏ, ਸੜਕਾਂ ਬਣਾ ਗਏ, ਅਸੀਂ ਬੜੇ ਬੜੇ ਤਗੜੇ ਹਵਾਈ ਜਹਾਜ਼ ਖਰੀਦ ਗਏ, ਕੋਈ ਵਧੀਆ ਨਹੀਂ ਕਹੇਗਾ। ਅਸੀਂ ਤੇ ਰੱਬ ਦੀਆਂ ਬਣਾਈਆਂ ਚੀਜ਼ਾਂ ਨੂੰ ਬਰਬਾਦ ਕਰਕੇ ਜਾ ਰਹੇ ਹਾਂ। ਇਸ ਕਰਕੇ ਇਹ ਚਿੰਤਾ ਕੇਵਲ ਪਖੰਡ ਹੈ। ਜਿਹੜਾ ਕਹਿੰਦੇ ਜੀ ਸਾਨੂੰ ਬੜੀ ਚਿੰਤਾ ਹੈ ਸਮਾਜ ਦੀ, ਸਾਨੂੰ ਬੜੀ ਚਿੰਤਾ ਹੈ ਲੋਕਾਂ ਦੀ, ਬਿਲਕੁਲ ਪਖੰਡ ਹੈ। ਇਹ ਕੋਈ ਚਿੰਤਾ ਨਹੀਂ। ਚਿੰਤਾ ਉਦੋਂ ਮਹਿਸੂਸ ਹੋਏਗੀ ਜਦੋਂ ਅਸੀਂ ਸਾਰੇ ਹੀ, ਭਾਵੇਂ ਕੋਈ ਕਿਤੇ ਬੈਠਾ ਹੋਇਆ ਹੈ, ਜਦੋਂ ਅਸੀਂ ਆਪਣੀ এনवायरमेंट ਨੂੰ ਸਵਾਰਾਂਗੇ, ਜਦੋਂ ਅਸੀਂ ਪਾਣੀ ਨੂੰ ਪਾਉਣ ਨੂੰ ਸਵਾਰਾਂਗੇ, ਜਦੋਂ ਅਸੀਂ ਆਪਣੀ ਧਰਤੀ ਨੂੰ ਵਧੀਆ ਬਣਾਉਣ ਵਾਲੇ ਬੰਨੇ ਲੱਗਾਂਗੇ। ਰੱਬ ਨੇ ਭੂਮ ਰੰਗਾਵਲੀ ਬਣਾਈ ਸੀ, ਰੱਬ ਨੇ ਇਹ ਸੱਚਖੰਡ ਬਣਾਇਆ ਸੀ। ਅਸੀਂ ਇਹਨੂੰ ਨਰਕ ਬਣਾ ਕੇ ਹੋਰ ਹੀ ਸੱਚਖੰਡ ਲੱਭ ਰਹੇ ਹਾਂ ਕਿ ਸੱਚਖੰਡ ਹੋਰ ਕਿਤੇ ਹੈ। ਜਿਹੜਾ ਬੰਦਾ ਇਸ ਧਰਤੀ ਤੇ ਇਸ ਜ਼ਿੰਦਗੀ 'ਚ ਸੁਖੀ ਨਹੀਂ, ਉਹ ਕਿਤੇ ਸੁਖੀ ਨਹੀਂ ਹੋ ਸਕਦਾ। ਜਿਹੜੇ ਮਰਜ਼ੀ ਸੱਚਖੰਡ ਵਿੱਚ ਚਲਿਆ ਜਾਏ, ਉਹ ਕਿਤੇ ਸੁਖੀ ਨਹੀਂ ਹੋ ਸਕਦਾ। ਇਹ ਜ਼ਿੰਦਗੀ ਸੁੱਖ ਮਾਨਣ ਦੇ ਲਈ। ਸਤਿਗੁਰੂ ਜੀ ਕਹਿੰਦੇ ਜਿਸ ਮਨੁੱਖ ਦੇ ਅੰਦਰ ਪਰਮਾਤਮਾ ਦਾ ਪਿਆਰ ਆ ਕੇ ਵਸ ਗਿਆ, ਸਰਬ ਸੁਖ ਤਾਹੂ ਕਹਿ ਪੂਰਨ, ਜਾ ਕੇ ਸੁਖ ਹੈ ਹਰੀ। ਹੁਣ ਪਰਮਾਤਮਾ ਦਾ ਪਿਆਰ ਵਸਣ ਦਾ ਅਰਥ ਕੀ? ਮੈਂ ਵਾਹਿਗੁਰੂ ਵਾਹਿਗੁਰੂ ਕਰੀ ਜਾਵੇ, ਪਰਮਾਤਮਾ ਦਾ ਪਿਆਰ ਹੈ। ਵਾਹਿਗੁਰੂ ਵਾਹਿਗੁਰੂ ਕਰਨਾ ਤੇ ਮੁਬਾਰਕ ਹੈ, ਪਰ ਕੇਵਲ ਵਾਹਿਗੁਰੂ ਵਾਹਿਗੁਰੂ ਕਰਨਾ ਪਰਮਾਤਮਾ ਦਾ ਪਿਆਰ ਨਹੀਂ ਹੈ। ਪਰਮਾਤਮਾ ਦਾ ਪਿਆਰ ਉਦੋਂ ਪ੍ਰਗਟ ਹੋਏਗਾ ਜਦੋਂ ਮੈਂ ਪਰਮਾਤਮਾ ਦੀ ਬਣਾਈ ਧਰਤੀ ਨੂੰ ਗੰਦੀਆਂ ਨਹੀਂ ਕਰਾਂਗਾ। ਪਰਮਾਤਮਾ ਦਾ ਪਿਆਰ ਉਦੋਂ ਪ੍ਰਗਟ ਹੋਏਗਾ ਜਦੋਂ ਮੈਂ ਪਰਮਾਤਮਾ ਦੀ ਇਹ ਸੰਤਾਨ ਹੈ ਨਾ ਜਿਹੜੀ, ਇਹਦੇ ਨਾਲ ਵਿਤਕਰਾ ਨਹੀਂ ਕਰਾਂਗਾ, ਜੋ ਮੈਂ ਰੱਬ ਦੇ ਬੱਚਿਆਂ ਦਾ ਦਿਲ ਨਹੀਂ ਦੁਖਾਵਾਂਗਾ। ਇਹ ਹੈ ਪਰਮਾਤਮਾ ਦਾ ਪਿਆਰ। ਮੈਂ ਇੱਕ ਬੰਨੇ ਚਿੱਟੇ ਕੱਪੜੇ ਪਾ ਕੇ ਮਾਲਾ ਫੜਵਨ ਲੋਕੀ, ਦੂਜੇ ਬੰਨੇ ਲੋਕਾਂ ਦਾ ਦਿਲ ਹੀ ਤੋੜੀ ਜਾਵਾਂ ਆਪਣੀਆਂ ਗੱਲਾਂ ਰਾਹੀਂ, ਆਪਣੇ ਕਰਮਾਂ ਰਾਹੀਂ। ਇਹ ਕੋਈ ਪਰਮਾਤਮਾ ਦਾ ਪਿਆਰ ਨਹੀਂ ਹੈ। ਇਹ ਕੇਵਲ ਧਰਮ ਦੇ ਨਾਂ ਤੇ ਠੱਗੀ ਹੈ, ਔਰ ਬਹੁਤ ਵੱਡੇ ਪੱਧਰ ਤੇ ਚੱਲ ਰਹੀ ਹੈ। ਜਦੋਂ ਸਾਡੇ ਅੰਦਰ ਪਰਮਾਤਮਾ ਦਾ ਪਿਆਰ ਆ ਗਿਆ, ਅਸੀਂ ਚਿੰਤਤ ਹੋਵਾਂਗੇ ਕਿ ਇਹ ਧਰਤੀ ਰੱਬ ਦੀ ਬਣਾਈ ਸੋਹਣੀ ਹੈ ਤੇ ਸੋਹਣੀ ਕਿਉਂ ਨਹੀਂ ਹੈ, ਇਹ ਨਰਕ ਕਿਉਂ ਬਣ ਗਈ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਿਸ ਮਨੁੱਖ ਦੇ ਅੰਦਰ ਪਰਮਾਤਮਾ ਆ ਕੇ ਵਸ ਗਿਆ, ਉਹ ਤੇ ਪਰਮਾਤਮਾ ਵਰਗਾ ਬਣ ਜਾਏਗਾ। ਪਰਮਾਤਮਾ ਕੀ ਹੈ? ਉਹ ਸਰਬੱਤ ਦਾ ਭਲਾ ਕਰਦਾ ਹੈ, ਉਹ ਸਰਬੱਤ ਦਾ ਭਲਾ ਕਰੇਗਾ। ਪਰਮਾਤਮਾ ਕੀ ਹੈ? ਉਹਦੇ ਲਈ ਕੋਈ ਨਾ ਕੋਈ ਵੈਰੀ ਨਹੀਂ, ਬੇਗਾਨਾ, ਨਿਰਵੈਰ ਹੈ। ਉਹਦੇ ਲਈ ਫਿਰ ਕੋਈ ਵੈਰੀ ਨਹੀਂ ਰਹੇਗਾ। ਜਿਹਦੇ ਅੰਦਰ ਪਰਮਾਤਮਾ ਵਸ ਗਿਆ, ਗੱਲ ਉਹਦੀ ਹੈ। ਤੇ ਜਿਹਦੇ ਅੰਦਰ ਕੋਈ ਵੈਰ ਨਹੀਂ, ਜਿਹੜਾ ਅੰਦਰੋਂ ਨਿਰਭਉ ਹੈ, ਜਿਹੜਾ ਅੰਦਰੋਂ ਪਰਉਪਕਾਰੀ ਹੈ, ਜਿਹੜਾ ਅੰਦਰੋਂ ਰੱਬ ਵਾਂਗੂ ਦਇਆ ਨਾਲ ਭਰ ਗਿਆ, ਮਿਹਰਬਾਨ ਹੋ ਗਿਆ, ਉਹ ਤੇ ਸੁਖੀ ਸੁਖੀ ਰਹੇਗਾ। ਤੁਸੀਂ ਕਿਤੇ ਵੀ ਜ਼ਿੰਦਗੀ 'ਚ ਕੋਈ ਪਰਉਪਕਾਰ ਕਰ ਲਓ ਨਾ, ਪਰਉਪਕਾਰ ਕਈ ਵਾਰੀ ਜਾਣੇ ਜਾਣੇ ਹੋ ਜਾਂਦਾ ਹੈ। ਚੰਗਾ ਕੰਮ ਕਰ ਲਓ, ਕਿਸੇ ਗਰੀਬ ਦੀ ਮਦਦ ਕਰ ਲਓ, ਅੰਦਰੋਂ ਇੱਕ ਬੜਾ ਵਧੀਆ ਅਹਿਸਾਸ ਮਹਿਸੂਸ ਹੁੰਦਾ ਹੈ। ਸਾਨੂੰ ਨਾ ਸਵੈਮਾਨ, ਅੰਦਰੋਂ ਇੱਕ ਸਵੈਮਾਨ ਪੈਦਾ ਹੁੰਦਾ। ਕਿਸੇ ਦੁਖੀ ਦੀ ਮਦਦ ਕਰ ਲਓ, ਭੁੱਲੇ ਨੂੰ ਰਾਹ ਦੱਸ ਦਿਓ, ਕਿਸੇ ਬਿਰਧ ਦੀ ਸੇਵਾ ਕਰ ਲਓ, ਕਿਸੇ ਕੋ ਹੋਰ ਥਾਂ ਤੇ ਧਰਮ ਸਥਾਨ ਤੇ ਸੇਵਾ ਕਰ ਲਓ, ਅੰਦਰੋਂ ਇੱਕ ਖੁਸ਼ੀ ਮਹਿਸੂਸ ਹੁੰਦੀ ਹੈ। ਉਹ ਜਿਹੜੀ ਖੁਸ਼ੀ ਹੈ ਨਾ, ਉਹ ਦਰਅਸਲ ਅਸਲ ਖੁਸ਼ੀ ਹੈ। ਉਹ ਖੁਸ਼ੀ ਹੈ, ਉਹ ਖੁਸ਼ੀ ਜਦੋਂ ਸਾਨੂੰ ਆਉਣ ਲੱਗ ਪਈ, ਫਿਰ ਸਾਨੂੰ ਦੁਖੀ ਕੋਈ ਨਹੀਂ ਕਰ ਸਕੇਗਾ। ਉਹ ਹੈ ਸਾਡੇ ਅੰਦਰ ਪਰਮਾਤਮਾ ਵਸ ਗਏ ਦੀ ਭਾਵਨਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਿਸ ਮਨੁੱਖ ਦੇ ਅੰਦਰ ਪਰਮਾਤਮਾ ਵਸ ਗਿਆ, ਉਹ ਤੇ ਸਦਾ ਹੀ ਸੁਖੀ ਹੈ। ਜਾਂ ਜਾਈਏ ਤਹਾਂ ਸਹੇਲੇ, ਉਹਨੂੰ ਪਤਾ ਹੈ ਰੱਬ ਮੇਰਾ ਮੇਰੇ ਨਾਲ ਹੈ। ਜਿੱਥੇ ਉਹ ਜਾਏਗਾ ਹਰ ਚੀਜ਼ 'ਚੋਂ ਉਹਨੂੰ ਸੁੱਖ ਮਿਲੇਗਾ। ਪਤਾ ਹਰ ਥਾਂ ਤੇ ਰੱਬ ਹਰ ਚੀਜ਼ ਵਿੱਚ ਬੈਠਾ ਹੋਇਆ ਹੈ। ਉਹਨੂੰ ਤੇ ਹਰ ਮਨੁੱਖ ਵਿੱਚੋਂ ਪਰਮਾਤਮਾ ਨਜ਼ਰ ਆਏਗਾ। ਉਹਨੂੰ ਕੋਈ ਵੈਰੀ ਨਹੀਂ ਨਜ਼ਰ ਆਏਗਾ। ਉਹਨੂੰ ਦੁਖੀ ਕਿਵੇਂ ਕੋ ਕਰ ਲੇਗਾ ਬਈ? ਉਹਨੂੰ ਕੋਈ ਦੁਖੀ ਕਰ ਹੀ ਨਹੀਂ ਸਕਦਾ। ਸਰਬ ਸੁਖ ਤਾਹੂ ਕਹਿ ਪੂਰਨ, ਜਾ ਕੇ ਸੁਖ ਹੈ ਹਰੀ। ਜਿਸ ਮਨੁੱਖ ਦੇ ਅੰਦਰ ਹਰੀ, ਜੋ ਹਰ ਥਾਂ ਤੇ ਹੈ, ਹਰ ਕਿਸੇ ਦਾ ਹੈ, ਹਰ ਵੇਲੇ ਨਾਲ ਹੈ, ਜਿਹੜਾ ਹਰ ਸੁੱਖ ਦੇਣ ਵਾਲਾ ਹੈ, ਉਹ ਹਰੀ ਜਿਸ ਅੰਦਰ ਵਸ ਗਿਆ, ਉਹਨੂੰ ਸਾਰੇ ਸੁੱਖ ਮਿਲ ਜਾਂਦੇ ਨੇ, ਆਨੰਦ ਮਾਣ ਲੈਂਦਾ। ਗੁਰਦੇਵ ਕਹਿੰਦੇ ਉਸ ਹਰੀ ਦੀ, ਪ੍ਰਭੂ ਦੀ ਵਡਿਆਈ ਕੀ ਹੈ? ਮੰਗਲ ਰੂਪ ਪ੍ਰਾਨ ਜੀਵਨ ਧਨ, ਸਿਮਰਤ ਆਨੰਦ ਘਨਾ। ਉਹ ਵਾਹਿਗੁਰੂ ਹਰੀ ਹੈ ਕਿਹੋ ਜਿਹਾ? ਕਿਉਂਕਿ ਰੱਬ ਰੱਬ ਤੇ ਆਪਾਂ ਸਾਰੇ ਕਰਦੇ, ਕੋਈ ਵਾਹਿਗੁਰੂ ਕਹਿੰਦਾ, ਕੋਈ ਰਾਮ ਕਹਿੰਦਾ, ਕੋਈ ਅੱਲਾ ਕਹਿੰਦਾ, ਹੋਰ ਜੋ ਵੀ ਆਪੋ ਆਪਣੀ ਆਸਥਾ ਦੇ ਅਨੁਸਾਰ ਪ੍ਰਮਾਤਮਾ ਦੇ ਨਾਮ ਰੱਖੇ ਨੇ, ਚੇਤੇ ਕਰਦਾ। ਪਰ ਰੱਬ ਹੈ ਕਿਹੋ ਜਿਹਾ? ਅਸੀਂ ਜੋ ਰੱਬ ਬਣਾਇਆ ਹੈ ਨਾ, ਉਹ ਤੇ ਅਸੀਂ ਆਪਣੇ ਵਰਗਾ ਬਣਾਇਆ ਹੈ। ਅਸੀਂ ਚਾਹੁੰਦੇ ਰੱਬ ਵੀ ਸਾਡੇ ਵਰਗਾ ਹੀ ਹੋਏ। ਅਸੀਂ ਸੁਣਨਾ ਉਹ ਚਾਹੁੰਦੇ ਜੋ ਸਾਡੇ ਵਰਗਾ ਹੋਏ, ਜੋ ਸਾਨੂੰ ਚੰਗਾ ਲੱਗੇ। ਦੇਖੋ ਨਾ, ਧਰਮ ਦੀ ਦੁਨੀਆ ਨਜ਼ਰ ਮਾਰ ਲਓ, ਧਰਮ ਦੀ ਬੜੀ ਚਰਚਾ ਨਾ ਆਪਣੇ ਮੁਲਕ 'ਚ।
अपने मुल्क तो बाद असीं अपने समाज 'ਚ ही आ जाइए। धर्म की बड़ी चर्चा असीं करते हैं। हिंदू वो सुनना चाहुंदा जो उन्हें वधिया लगे, वो मुसलमान की गल नहीं सुनना चाहुंदा। मुसलमान वो सुनना चाहुंदा जो उन्हें वधिया लगे, सिख वो सुनना चाहुंदा जो उन्हें वधिया लगे, वो दूजे की गल नहीं सुनना चाहुंदा। हुण सिख दे अंदर आ जाओ, एक वो जिहड़ा संप्रदायी सोच वाला वो कहंदा मैं उन्होंने ही सुनना, दूजिਆਂ ਨੂੰ सुन के राजी नहीं है, दूजे उन्होंने सुन के राजी नहीं है। जिस थां ते असीं उड़ के कहंदे यही गुरद्वारा साडा, दूजा साडा गुरद्वारा ही नहीं है, उहदे विरोध असीं लड़ाइयां करदे हां। ये धर्म है कोई? ये धर्म नहीं है। दरअसल असीं चाहुंदे रब भी साडी मर्जी दा होए, रब नूं असीं अपने वर्गा बना लईए। रब साडे वर्गा ही होना है। असीं नाराज हो जने, रब किते नाराज ना हो जाए। असीं गुस्से जा जने, रब गुस्सा करेगा, रब तैनूं तबाह कर दे। असीं तबाह करदे ना लोगों नूं, रब तैनूं तबाह कर दे। असीं रब इहो जिहा जाणिया होया, रब इदां दा नहीं है। असीं ते रब नूं समझ नहीं सके। रब नूं समझना है तो गुरु ग्रंथ साहिब जी की बाणी जरूर पढ़िया करो। गुरबाणी पढ़नी रब नूं समझण लई, गुरबाणी पढ़नी जिंदगी नूं समझण लई, बाणी पढ़नी धर्म की है इनू जानण दे लई, बाणी इस लई ज्ञान दे लई। हुण रब की सतगुरु जी कहंदे मंगल रूप, मंगल दा अर्थ हुंदा खुशियां। रब ते खुशियां दा ही रूप है, ਉਹਦਾ ਸਰੂਪ ਮੰਗਲਮਈ है, आनंदमई है, ਉਹਦੇ घर च आनंद ही आनंद है। ये तबाह कर देना, किसी को श्राप दे देना, किसी ते जुल्म कर देना, किसी को वपार कर देना, किसी का कारोबार तबाह, ये रब का काम नहीं है, ये मनुख का काम है, ਜਾਂ मनुख की अपनी बनाई रब्बां का काम है। रब ने तो सानू जिउंदे रहण लई जिंदगी दिती है, सुख आओ। रब चाहुंदा है हर मनुख जिंदगी अंदर तरक्की करे, हर मनुख जिंदगी अंदर तरक्की करे। रब चाहुंदा है हर मनुख जिंदगी अंदर सफल होवे। आडे अंदर जिहड़ी भुख तरक्की करन दी रखी है, रब ने ही रखी है। अगे वधण दी भुख, भावें किसी तरीके नाल असीं अगे वधना चाहुंदे, कोई धन राहीं, कोई दौलत राहीं, कोई रुतबे राहीं, कोई किसी तरीके दा, ये भुख रब ने रखी है कि हर बंदा जिंदगी च अगे वधे, उच्चा उठे, महान बने, वो तरक्की करे जिंदगी दे अंदर। रब कदी नहीं चाहुंदा असीं गरीब रहीए, असीं पिछड़े रहीए ना। एक अध्यापक नूं खुशी है कि उहदी सारी क्लास जिहड़ी है ना वो चंगे नंबरां च पास होए। माँ प्यो नूं खुशी कि उहदे जिन्ने बच्चे ने वो सारे बड़े इंटैलीजेंट होण, अमीर होण, पढ़े लिखे होण। माँ प्यो चाहुंदा कि बच्चा मूर्ख होए, एक बच्चा अमीर चाहुंदा? कोई माँ प्यो नहीं चाहुंदा। ते रब किवें चाहेगा कि मेरा एक बच्चा अमीर होए, एक बच्चा बीमार होए, एक बच्चा अमीर गरीब होए, एक बच्चा मंगता? रब नहीं ये चाहुंदा। रब ने किसी नूं नहीं बनाया। ये बनन का कारण है कि असी रब नालों टुट गए, साडी जिहो जी सोच बन गई उहो जिहे बन गए। रब तो मंगल रूप, वो वाहिगुरु जिहड़ा परमात्मा वो मंगल रूप है। मंगल दा अर्थ हुंदा खुशियां, उहदे घर च खुशियां ही ने, उहदा स्वरूप ही खुशियां वाला है। वो आनंद स्वरूप है, सत चित आनंद, आनंद स्वरूप है। सतगुरु जी कहंदे मंगल रूप प्राण जीवन धन। वो परमात्मा जिहड़ा है ना साडे प्राणां दा असली धन वो है। प्राण जीवन धन, साडी जिंदगी का जो धन है प्राण ने वो परमात्मा है। ये धन साडा धन नहीं, ते गुजरान है। ये धन दे आउण नाल कोई अमीर नहीं बनता। धन आउणा मुबारक है, धन साडी जिंदगी की गुजरान है, चाहिदा है, कमाउण दा अधिकार है सानू। बहुता होना कोई माड़ी गल नहीं है, पर धन नाल अमीर नहीं बनता। धन आउंदिआं ते बंदा गरीब ही होई जांदा है, उहदे अंदर हंकार आउंदा है, अंदर क्रोध आउंदा है, उहदे अंदरों निमरता ही खत्म हो जाती है, तो गरीब हो गया बेचारा। अमीर वो नहीं है कि जिहदे कोल धन बहुत है, अमीर वो है जिहदे कोल दिल वड्डा है। अमीर तो वो है जिहड़ा अंदरों दरिया दिल है, तो जिहड़ा अंदरों तंग दिल है वो अमीर थोड़ो गिणिया जाएगा। सतगुरु जी कहते हैं कि परमात्मा जो है साडे जीवन का असली धन है, वो साडे प्राणां दा आधार है। वो परमात्मा जो मंगल रूप है, वो परमात्मा जो साडे जीवन का धन है, सिमरत आनंद घना, उस परमात्मा नूं चेते करिए, घना आनंद मिलता है। 1 2 4 5 7 नहीं है, इत्थे कोई गिणती मिणती नहीं है। असीं तां रब दे नां ते भी गिणतियां करदे, आखो सतनाम श्री वाहिगुरू। माला लैके गिणती करदे, और की करदे? इन्नियां माला फेरतियां, इन्ने पाठ कर दिते, इन्ने वारी वाहिगुरू लिख लिया, ये गिणतियां ने। यह जिहड़ा सी ना 1 2 3 वाली गिणती मैथ, ये दुनिया के पदार्थ गिण ली सी। बंदे ने रब नूं ही गिणना शुरू करता, रब के नाम नूं गिणना शुरू करता। कितनी हैरानी की गल है।
कदी रब ने गिणिया कि सानू की कुछ दिता है? रब ने बिल भेजे है, रब ने कोई लिस्ट भेजी है सानू कदी कि इन्ने स्वास तैनूं दिते ने? अज तक असी किन्ना कुछ इस धरती के उपर माणे है, किन्नी धुप माणी है, किन्नी हवा माणी है, किन्ना धरती के उपर तुरे हाँ, किन्ने धरती दे विच पैदा होए पदार्थ खाधे ने असीं, किन्ना धरती के उपर गंद पाया असीं, किन्ना धरती के उपर भार पाया असीं। कदी रब ने बिल भेजे? झट कारपोरेशन वाले कहन दे कि तुसीं ना सीवरेज का बिल दे दिओ, ना दिओगे तो तुहाडा सीवरेज कट ही देवांगे, बिजली का बिल दे दिओ नहीं तो बिजली कट देवांगे। नहीं ना दिंदे एक दिन, अगले दिन ही सानू उन्होंने पेनल्टी पाउणी शुरू कर देनी है। रब तां पेनल्टी भी नहीं पाउंदा, रब ने बिल तां की भेजना है? रब ने यह नहीं कदी कहा कि तुसीं मैनूं चेते नहीं करदे हुण तुहाडा राशन पानी बंद कर देना है। यह मनुख का सुभाव है, ये मनुख का सुभाव है कि जे बिल ना दिता तेरी बिजली कट दी जाएगी, जे बिल ना दिता तेरा कनैक्शन कट दिता जाएगा, जां तैनूं पेनल्टी लगा दी। रब नहीं पेनल्टी लगाउंदा, रब तां देंदा दे लैंदे थक पाए। असीं तां रब दीआं वडियाईआं नूं दरअसल गिणतियां मिणतियां च पै के जाण नहीं सके। कोई सानूं धार्मिक लोकां ने नहीं जानण दिता, उन्हां ने उलझा दिता। गुरबाणी रब दा असली रूप दसदी है। गुरबाणी कहंदी कि जे उस परमात्मा नूं चेते करोगे, सिमरत आनंद घना, तुहानूं घना आनंद मिलेगा। घना दा अर्थ है कि बेअंत, जिहदा पारावार ही कोई नहीं। चेत गोबिंद आराधिए होवे आनंद घना, बेअंत आनंद मिलेगा परमात्मा के प्यार च। वाहिगुरू जी के प्यार च जदों जुड़ जाओ, जिथे जुड़ जाओ, जिवें भी जुड़ जाओ, सुत्तियां जुड़ जाओ, जागदियां जुड़ जाओ, खांदियां जुड़ जाओ, कंमकार करदियां जुड़ जाओ। वो जरूरी नहीं कि तुसीं वाहिगुरू जी के प्यार च जुड़न लई कोई तैयारी करनी कि दुनिया तो वखरे होकर जुड़ांगे तो बहुता रब चेते आएगा। कोई जुड़िया है, मुबारक है। परमात्मा नूं जदों भी जिथे भी तुसीं जिवें याद कर लोगे, उदों ही तुहाडे अंदर आनंद आउणा शुरू हो जाएगा, उदों तुहाडे अंदर खुशियां आउणियां शुरू हो जाणगियां। इस करके सतगुरु जी कहंदे उठत बैठत सोवत ध्याइए, मार्ग चलत हरे हर गाइए, सरवण सुनीजे हर हर कथा। उठदियां बैठदियां सुत्तियां, सुत्तियां भी क्या है? हुण सुत्तियां तुसीं हत्थ धो के चेते करोगे उहनूं, सुत्तियां को नहा के चेते करोगे, चिट्टी चादर वसा के चेते करोगे उहनूं? सुत्तियां भी उन्होंने चेते करना है, कंमकार करदे उन्होंने चेते करना, हर वेले उन्होंने चेते च रखना है। जे उन्होंने चेते रखांगे, सतगुरु जी कहंदे होवे आनंद घना। उस परमात्मा नूं चेते करदियां ही लाइट जदों ऑन कर देना आपां, जिस वेले कोई बल्ब जगदा है, हनेरा उदों ही भज जांदा है, उस वेले भज जांदा है। कोई वेट नहीं करनी पैंदी, हनेरा ही नहीं कहंदा रुक जा मैं जाना, कोई काली नहीं, ये नहीं कहना। लाइट ऑन, हनेरा ऑफ। जदों तुहाडे अंदर परमात्मा का प्यार ऑन हो गया, दुख उदों ही ऑफ। गुरबाणी कहंदी जै हर सिमरन पिया तैं उपात गत कीनी। जिथे वाहिगुरू जी की याद आ गई, सिमरन आ गया, उतों उपाधियां आ जिहड़े विकार ने, जिहड़े अवगुण ने, ये दुख दलिद्र उस वेले भज जांदे ने। ते रब दे प्यारियां ने इन्हां नूं अलर्ट करता, नस वंजो के वेखो करता घर आया, दूतें दहन पिया गोबिंद प्रगटाया। उदों ते दूत डर जाते ने। ये विकार तां चीज ही की ने, धर्मराज डरदा है रब दे नाम तो। इस करके सतगुरु साहिब जी कहंदे ने वो परमात्मा मंगल स्वरूप है, वो परमात्मा साडे प्राणां दा आधार है, जीवन दा धन है। वो परमात्मा नूं चेते कीतियां घना आनंद मिलदा है, बेअंत आनंद मिलदा है। वड समरथ सदा सद संगे गुण रसना कमन भना। परमात्मा किहो जिहा है? वड समरथ, सब ते वड समरथ गुरदेव, सब ते वड। किन्ना को समरथ है? असीं तां ना अपनी कल्पना अनुसार जे किते असीं देखिया कि पानी जिहड़ा है वो रोड़ दिंदा ते पानी नूं रब मन लिया। देखिया अग घर साड़दी, अग नूं ही घर मन लिया, अग नूं ही रब मन लिया। कोई सप्पां नूं रब समझी बैठा है, बहुते पशुआं नूं रब समझी बैठे ने। रब ते बंदे ने आपो अपने बनाए हुए ने, पर रब की है? गुरबाणी कहंदी उस परमात्मा की जिहड़ी वडियाई है ना, आ भै विच पवन वह सदवाओ, भै विच चले लख दरियाओ। ए जो कुछ भी है, हवा है, पानी है, दरिया ने, समुंदर है, अग है, ये सब कुछ वाहिगुरू जी के डर विच है, हुक्म विच है। सगलियां भौ लिखिया सरलेख, नानक निरभौ निरंकार सच एक। वो परमात्मा ही निरभौ है,
बाकी सब कुछ ਉਹਦੇ ਅਧੀਨ ਹੈ, ਉਹਦੇ ਹੁਕਮ ਵਿੱਚ ਹੈ, ਉਹਦੀ ਰਜ਼ਾ 'ਚ ਹੈ। ਆਮ ਲੋਕਾਂ ਦੀ ਤੇ ਗੱਲ, ਆ ਜਿਹੜੇ ਲੋਕਾਂ ਨੇ ਰੱਬ ਬਣਾਏ ਨੇ ਉਹਨਾਂ ਦੀ ਗੱਲ ਸੁਣ ਲਈਏ ਨਾ। ਸਤਿਗੁਰੂ ਜੀ ਕਹਿੰਦੇ ਇਸ ਧਰਤੀ ਤੇ ਪਤਾ ਨਹੀਂ ਕਿਤੇ ਬ੍ਰਹਮੇ ਘਾੜਤ ਘੜੀਏ, ਕਿਤੇ ਕਾਨ ਮਹੇਸ਼। ਕਿੰਨੇ ਕੁ ਬ੍ਰਹਮਾ ਨੇ, ਕਿੰਨੇ ਕੁ ਕਾਨ ਨੇ, ਕਿੰਨੇ ਕੁ शिव जी ने, पता ही कोई नहीं है। एक शिव पे, एक गए, एक फिर पे। रामचंद्र कृष्ण के अवतार भी अनेक हैं। कोट ब्रह्मे जग साजन लाए, कोट इंद्र महेश हो पाए। वो परमात्मा ने तो करोड़ों ब्रह्मा बनाए हुए ने। ब्रह्मा परमात्मा की उस शक्ति नूं जो क्रिएट करती है, जो सिरजन करती, उन्होंने ब्रह्मा किया है ऋषियां मुनिया ने। ब्रह्मा सिरजन शक्ति नूं जो पैदा करती है, ਉਹਦਾ ਨਾਮ ਬ੍ਰਹਮਾ ਰੱਖ ਦਿੱਤਾ। ਹੁਣ ਹਰ ਮਨੁੱਖ ਜਿਹੜਾ ਕ੍ਰੀਏਸ਼ਨ ਕਰ ਰਿਹਾ ਹੈ, ਬੰਦਾ ਆਇਆ ਹੀ ਇੱਥੇ ਉਸਾਰੀ ਕਰਨ ਲਈ ਹੈ, ਕੁਝ ਤਰੱਕੀ ਕਰਨ ਦੇ ਲਈ, ਸਿਰਜਣਾ ਕਰਨ ਲਈ ਆਇਆ ਬੰਦਾ, ਰੋਟੀ ਪਾਣੀ ਖਾਣ ਲਈ ਨਹੀਂ ਆਇਆ, ਸਿਰਜਣਾ ਕਰਨ ਦੇ ਲਈ। ਸਿਰਜਣਾ ਦਾ ਅਰਥ ਇਕੱਲਾ ਬਿਲਡਿੰਗਾਂ ਬਣਾਉਣ ਤੋਂ ਨਹੀਂ ਹੈ। ਸਿਰਜਣਾ ਦਾ ਅਰਥ ਹੈ ਸਮਾਜ ਦੀ ਸਿਰਜਣਾ, ਮਨੁੱਖੀ ਸਮਾਜ ਨੂੰ ਉੱਚੇ ਲੈ ਕੇ ਜਾਣਾ, ਇਸ ਧਰਤੀ ਤੇ ਕੋਈ ਵਧੀਆ ਕੰਮ ਕਰਕੇ ਜਾਣਾ। ਸਿਰਜਣਾ ਇਹਨੂੰ ਕਿਹਾ ਜਾਂਦਾ। ਆਪਣੇ ਉਹ ਕੰਮ ਜਿਹੜਾ ਸਾਡੇ ਕਿਰਦਾਰ ਨੂੰ, ਉਹ ਕੰਮ ਜਿਹੜਾ ਸਾਡੇ ਵਿਹਾਰ ਨੂੰ, ਉਹ ਕੰਮ ਜਿਹੜਾ ਸਾਡੇ ਸਮਾਜ ਨੂੰ, ਉਹ ਕੰਮ ਜਿਹੜਾ ਸਾਡੇ ਇਸ ਮੁਲਕ ਨੂੰ ਉੱਚੀਆਂ ਚੁੱਕੇ, ਉਹਨੂੰ ਸਿਰਜਣਾ ਕਿਹਾ ਜਾਂਦਾ ਹੈ। ਸਿਰਜਣਾ ਇਹ ਨਹੀਂ ਕਿ ਇੱਕ ਬੰਨੇ ਲੋਕਾਂ ਨੂੰ ਕੁੱਟੀ ਜਾਓ, ਇੱਕ ਬੰਨੇ ਸੜਕਾਂ ਬਣਾਈ ਜਾਓ। ਅਸੀਂ ਬਹੁਤ ਕੰਮ ਕਰ ਦਿੱਤੇ ਨੇ, ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾਉਣ ਵਾਲੀ ਸਿਰਜਣਾ ਨਹੀਂ। ਮਨੁੱਖ ਇੱਥੇ ਸਿਰਜਣਾ ਕਰਨ ਲਈ ਆਇਆ, ਕੁਝ ਕਰਨ ਦੇ ਲਈ ਆਇਆ। ਹੁਣ ਜਿਹੜਾ ਵੀ ਸਿਰਜਣਾ ਕਰਦਾ ਹੈ, ਇਹ ਤਾਂ ਬ੍ਰਹਮਾ ਦਾ ਰੂਪ ਹੀ ਬਣ ਗਿਆ ਨਾ। ਸਿਰਜਣਾਤਮਕ ਸ਼ਕਤੀ ਨੂੰ ਬ੍ਰਹਮਾ ਕਿਹਾ ਹੈ, ਸਿਰਜਣਾਤਮਕ ਸ਼ਕਤੀ। ਤੇ ਸਤਿਗੁਰੂ ਜੀ ਕਹਿੰਦੇ ਧਰਤੀ ਤੇ ਕਰੋੜਾਂ ਹੀ ਬ੍ਰਹਮਾ ਨੇ, ਧਰਤੀ ਤੇ ਕਰੋੜਾਂ ਹੀ शिव जी ਨੇ, ਕਰੋੜਾਂ ਹੀ ਕਾਨ ਨੇ, ਕਰੋੜਾਂ ਹੀ ਮਹੇਸ਼ ਨੇ। ਪਤਾ ਨਹੀਂ ਕੋਟ ਬ੍ਰਹਮੇ ਜਗ ਸਾਜਣ ਲਾਏ, ਕੋਟ ਬਿਸ਼ਨ ਮਹੇਸ਼ ਹੋ ਪਾਏ। ਉਹ ਪਰਮਾਤਮਾ ਸਭ ਤੇ ਵੱਡ ਸਮਰੱਥ ਗੁਰਦੇਵ। ਉਹ ਪਰਮਾਤਮਾ ਇੰਨਾ ਮਹਾਨ ਹੈ ਜਿਹਦੇ ਦਰ ਤੇ ਗਾਵਨ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸਵਾਰੇ। ਤੁਧ ਧਿਆਇਨ ਵੇਦ ਕਤੀਬਾ ਸਣ ਖੜੇ। ਜਿਹਦੇ ਅੱਗੇ ਬ੍ਰਹਮਾ ਦੇਵਤੀਆਂ ਦੇਵੇ ਜਿਹਨੇ ਸਭ ਹੱਥ ਜੋੜ ਕੇ ਖੜੇ ਨੇ, ਧਰਮਰਾਜ ਹੱਥ ਜੋੜ ਕੇ ਖੜਾ ਹੈ। ਉਹ ਪਰਮਾਤਮਾ ਸਭ ਤੋਂ ਵੱਡਾ ਹੈ। ਸਾਨੂੰ ਸਾਡੇ ਸਤਿਗੁਰੂ ਜੀ ਨੇ ਇਸੇ ਕਿਹਾ ਕਰਕੇ ਕਿਹਾ ਸੀ ਜੁੜਨਾ, ਉਹਦੇ ਨਾਲ ਜੁੜੋ। ਹਰ ਜੇਠ ਜੁੜਨ ਦਾ ਲੋੜੀ ਹੈ, ਜਿਸ ਅੱਗੇ ਸਭ ਨੇ ਮਨ। ਜਿਹਦੇ ਅੱਗੇ ਸਾਰੀ ਦੁਨੀਆ ਝੁਕਦੀ, ਉਹਦੇ ਨਾਲ ਜੁੜੋ ਨਾ। ਆਮ ਮੰਗਤਿਆਂ ਅੱਗੇ ਜੁੜਨ ਦੀ ਕੀ ਲੋੜ ਹੈ? ਗੁਰੂ ਸਾਹਿਬ ਜੀ ਕਹਿੰਦੇ ਨੇ ਪਰਮਾਤਮਾ ਸਭ ਤੋਂ ਵੱਡਾ ਹੈ, ਸਮਰੱਥ ਹੈ, ਸਰਬ ਕਲਾ ਸਮਰੱਥ ਹੈ। ਸਦਾ ਸਦ ਸੰਗੇ। ਅਗਲੀ ਗੱਲ, ਉਹ ਸਦਾ ਹੀ ਸਾਡੇ ਨਾਲ ਹੈ। ਉਹਨੂੰ ਇਹ ਨਹੀਂ ਹੈ ਕਿ ਅਸੀਂ ਦੂਰ ਚਲੇ ਗਏ ਤੇ ਫਿਰ ਉਡੀਕਣਾ ਪਏਗਾ। ਕਹਿ ਰਵਿਦਾਸ ਹੱਥ ਪਹਿ ਨੇੜੇ। ਸਾਡੇ ਸਰੀਰ ਦਾ ਸਭ ਤੋਂ ਨੇੜੇ ਦਾ ਅੰਗ ਹੱਥ ਹੈ। ਕੋਈ ਬਿਪਤਾ ਆਏ, ਅਸੀਂ ਹੱਥ ਦੇ ਨਾਲ ਉੱਥੇ ਮਦਦ ਕਰਦੇ ਹਾਂ ਸਰੀਰ ਦੇ ਬਾਕੀ ਅੰਗਾਂ ਦੀ। ਤੇ ਭਗਤ ਜੀ ਕਹਿੰਦੇ ਹੱਥ ਨਾਲੋਂ ਵੀ ਨੇੜੇ ਹੈ ਪਰਮਾਤਮਾ। ਹੱਥ ਪਹੁੰਚਣ ਹੋ ਸਕਦਾ ਦੇਰੀ ਲਗਾਏ ਨਾ ਵੀ ਪਹੁੰਚੇ, ਪਰ ਹੱਥ ਨਾਲੋਂ ਵੀ ਨੇੜੇ ਹੈ ਪਰਮਾਤਮਾ। ਪਰਮਾਤਮਾ ਤੇ ਸਾਡੇ ਅੰਦਰ ਹੀ ਬੈਠਾ ਹੋਇਆ, ਉਹਨੂੰ ਤੇ ਬਾਹਰੋਂ ਲੱਭਣ ਦੀ ਲੋੜ ਹੀ ਕੋਈ ਨਹੀਂ, ਹਰ ਥਾਂ ਤੇ ਬੈਠਾ ਹੋਇਆ ਹੈ। ਇਸ ਕਰਕੇ ਸਦਾ ਸਦ ਸੰਗੇ। ਉਹ ਪਰਮਾਤਮਾ ਸਦਾ ਸਾਡੇ ਨਾਲ ਹੈ। ਹੁਣ ਉਹ ਹਸਤੀ ਸਾਨੂੰ ਮਿਲ ਜੇ ਜਿਹੜੀ ਸਭ ਤੋਂ ਵੱਡੀ ਸਮਰੱਥ ਹੈ, ਉਹ ਹਸਤੀ ਸਾਨੂੰ ਮਿਲ ਜੇ ਜਿਹੜੀ ਮੰਗਲ ਰੂਪ ਹੈ, ਉਹ ਹਸਤੀ ਸਾਨੂੰ ਮਿਲ ਜੇ ਜਿਹੜੀ ਸਾਡੀ ਜ਼ਿੰਦਗੀ ਦਾ ਆਧਾਰ ਹੈ, ਉਹ ਹਸਤੀ ਨਾਲ ਸਾਡਾ ਪਿਆਰ ਬਣ ਜੇ ਜਿਹਨੂੰ ਚੇਤੇ ਕੀਤਿਆਂ ਆਨੰਦ ਪੈਦਾ ਹੁੰਦਾ ਹੈ। ਉਹ ਹਸਤੀ ਜਿਹੜੀ ਹਮੇਸ਼ਾ ਸਾਡੇ ਸੰਗ ਸਾਥ ਹੈ, ਤੇ ਜ਼ਿੰਦਗੀ 'ਚ ਦੁੱਖ ਕਿੱਥੋਂ ਆ ਜਾਏਗਾ? ਮਾੜਾ ਜਿਹਾ ਕੋ ਸਾਡਾ ਕਿਸੇ ਪੋਲੀਟੀਕਲ ਜਾਂ ਕਿਸੇ ਤਗੜੇ ਬੰਦੇ ਨਾਲ ਪਿਆਰ ਬਣ ਜਾਏ, ਅਸੀਂ ਬੜੇ ਬੇਫਿਕਰ ਜਿਹੇ ਹੋਣੇ। ਹੁਣ ਕੋਈ ਚਿੰਤਾ ਨਹੀਂ ਵੀ ਸਾਡਾ ਜਿਹੜਾ ਜਾਣਨ ਵਾਲਾ ਹੈ, ਫਲਾਣਾ ਅਫਸਰ ਹੈ, ਫਲਾਣਾ ਸਾਡਾ ਰਿਸ਼ਤੇਦਾਰ ਹੈ। ਅਸੀਂ ਥੋੜ੍ਹਾ ਜਿਹਾ ਅੰਦਰ ਨਾ ਸਾਡੇ ਕੌਨਫੀਡੈਂਸ ਆ ਜਾਂਦਾ ਹੈ ਇੱਕ ਦੁਨਿਆਵੀ ਮਨੁੱਖ ਜਾਂ ਦੁਨਿਆਵੀ ਵਸਤੂ ਪਦਾਰਥ ਨੂੰ ਪ੍ਰਾਪਤ ਕਰਕੇ ਆਉਣਾ ਚਾਹੀਦਾ। ਲੇਕਿਨ ਜਦੋਂ ਸਾਨੂੰ ਉਹ ਪਰਮਾਤਮਾ ਨਾਲ ਹੀ ਪਿਆਰ ਬਣ ਗਿਆ, ਜਿਹੜਾ ਸਭ ਕੁਝ ਬਣਾਉਣ ਵਾਲਾ ਹੈ, ਜਿਹਦੇ ਦਰ ਤੋਂ ਸਭ ਕੁਝ ਮਿਲਦਾ ਹੈ, ਤੇ ਫਿਰ ਅਸੀਂ ਕਿੰਨੇ ਆਨੰਦ ਵਿੱਚ ਚਲੇ ਜਾਵਾਂਗੇ, ਉਹਦਾ ਤੇ ਅਸੀਂ ਲੇਖਾ ਹੀ ਨਹੀਂ ਕਰ ਸਕਦੇ। ਗੁਣ ਰਸਨਾ ਕਮਨ ਭਨਾ। ਸਤਿਗੁਰੂ ਸਾਹਿਬ ਜੀ ਕਹਿੰਦੇ ਕਿ ਅਸੀਂ ਪਰਮਾਤਮਾ ਦੇ ਕਿੰਨੇ ਕੁ ਗੁਣ ਬਿਆਨ ਕਰੀਏ। ਰਸਨਾ ਨਾਲ ਉਹਦੇ ਗੁਣ ਪੂਰੇ ਬਿਆਨ ਕੀਤੇ ਹੀ ਨਹੀਂ ਜਾ ਸਕਦੇ। ਜਿਹਵਾ ਏਕ ਕਮਨ ਗੁਣ ਕਹੀਐ, ਬੇਸੁਮਾਰ ਬੇਅੰਤ ਸੁਆਮੀ ਤੇਰੋ ਅੰਤ ਨ ਕਿਨਹੀ ਲਈਐ। ਸਾਡੀ ਜਿਹਵਾ ਇੱਕ ਹੈ, ਪਰਮਾਤਮਾ ਦੇ ਗੁਣ ਬੇਅੰਤ ਨੇ, ਬੇਅੰਤ ਨੇ, ਅਪਰ ਅਪਾਰ ਨੇ। ਉਹਦੇ ਗੁਣਾਂ ਦਾ ਅਸੀਂ ਪਰਵਾਰ ਨਹੀਂ ਪਾ ਸਕਦੇ, ਤੇ ਨਾ ਉਹਦੇ ਗੁਣਾਂ ਦਾ ਅੰਤ ਪਾਉਣਾ ਸਾਡੀ ਜ਼ਿੰਦਗੀ ਦੀ ਕੋਈ ਡਿਊਟੀ ਹੈ, ਨਾ ਮਕਸਦ ਹੈ। ਅਸੀਂ ਨਹੀਂ ਪਾ ਸਕਦੇ ਗਿਣਤੀ ਮਿਣਤੀ ਕਰਕੇ।
ਅਸੀਂ ਤੇ ਇੱਕ ਆਮ ਕਹਾਵਤ ਸੀ ਅੰਬ ਗਿਣਨੇ ਕਿ ਅੰਬਾਂ ਦਾ ਸਵਾਦ ਲੈਣਾ। ਅਸੀਂ ਤੇ ਸਿਮਰਨ ਕਰਕੇ ਆਨੰਦ ਮੰਨਣਾ। ਸਿਮਰਨ ਦਾ ਅਰਥ ਰੱਬ ਦਾ ਲੇਖਾ ਜੋਖਾ ਨਹੀਂ ਹੈ। ਸਿਮਰਨ ਦਾ ਅਰਥ ਕੋਈ ਨਹੀਂ ਕਿ ਰੱਬ ਦਾ ਅਸੀਂ ਅੰਤ ਪਾ ਲਵਾਂਗੇ। ਸਿਮਰਨ ਦਾ ਅਰਥ ਹੈ ਜ਼ਿੰਦਗੀ ਦਾ ਆਨੰਦ ਮਾਣਨਾ। ਇੱਕ ਬੂੰਦ ਸਮੁੰਦਰ ਦਾ ਅੰਤ ਕੀ ਲੈ ਸਕਦੀ ਹੈ? ਹਾਂ, ਬੂੰਦ ਸਮੁੰਦਰ 'ਚ ਡਿੱਗ ਜਾਏ ਤੇ ਬੂੰਦ ਸਮੁੰਦਰ ਜ਼ਰੂਰ ਬਣ ਜਾਂਦੀ। ਅਸੀਂ ਸਮੁੰਦਰ ਬਣ ਲਈ ਆਏ ਹਾਂ, ਅਸੀਂ ਅੰਤ ਲੈਣ ਲਈ ਨਹੀਂ ਆਏ। ਵਾਹਿਗੁਰੂ ਜੀ ਦੇ ਸਿਮਰਨ 'ਚ ਇਸ ਕਰਕੇ ਨਹੀਂ ਜੋੜਨਾ ਕਿ ਲਿਖ ਲਓ ਕਾਪੀਆਂ ਤੇ ਇੰਨੇ ਵਾਰੀ ਲਿਖ ਲਿਆ, ਇੰਨੇ ਗਿਣਤੀਆਂ ਦੇ ਪਾਠ ਕਰ ਲਏ, ਇਸ ਕਰਕੇ ਨਹੀਂ। ਵਾਹਿਗੁਰੂ ਜੀ ਦਾ ਸਿਮਰਨ ਅਸੀਂ ਆਨੰਦ ਮੰਨਣਾ ਹੈ। ਉਹ ਜਿੰਨੀ ਵਾਰੀ ਵੀ ਕਹੋ ਤੁਸੀਂ ਮੁਬਾਰਕ ਹੈ, ਵੱਧ ਕਹੋ ਹੋਰ ਮੁਬਾਰਕ ਹੈ, ਜਿੰਨਾ ਕਹੋ ਮੁਬਾਰਕ ਹੈ, ਥੋੜਾ ਕਹੋ ਵੀ ਮੁਬਾਰਕ ਹੈ। ਜਿੰਨਾ ਚਿਰ ਵੀ ਅਸੀਂ ਗੁਰਬਾਣੀ ਪੜ੍ਹਨੀ ਹੈ ਨਾ, ਉਹ ਇਸ ਲਈ ਨਹੀਂ ਪੜ੍ਹਨੀ ਕਿ ਚਲੋ ਨਿਤਨੇਮ ਕਰ ਲਈਏ, ਫਟਾਫਟ ਨਿਤਨੇਮ ਕਰ ਲਈਏ, ਕੰਮ ਮੁਕਾ ਲਈਏ, ਇਸ ਲਈ ਨਹੀਂ ਪੜ੍ਹਨੀ। ਉਹ ਇਸ ਲਈ ਪੜ੍ਹਨੀ ਕਿ ਕਦੀ ਅਸੀਂ ਆਪਣੇ ਰੱਬ ਨਾਲ ਗੱਲਬਾਤ ਕਰਨੀ, ਆਪਣੇ ਗੁਰੂ ਨਾਲ ਗੱਲਬਾਤ ਕਰਨੀ। ਸਤਿਗੁਰੂ ਜੀ ਨੇ ਕਿਹਾ ਸੀ ਜਿੰਨੇ ਮੇਰੇ ਨਾਲ ਗੱਲਬਾਤ ਕਰਨੀ ਹੈ, ਜਿੰਨੇ ਮੇਰੇ ਨਾਲ ਗੱਲਬਾਤ ਕਰਨੀ ਹੈ, ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਚਿੱਤ ਲਾ ਕੇ ਪੜ੍ਹਿਆ ਕਰੇ। ਨਿਤਨੇਮ ਕਰਨ ਦਾ ਅਰਥ ਕਿ ਆਪਣੇ ਗੁਰੂ ਨਾਲ ਗੱਲਬਾਤ ਕਰਨੀ, ਆਪਣੇ ਪ੍ਰਭੂ ਨਾਲ ਗੱਲਬਾਤ ਕਰਨੀ। ਹੁਣ ਕੋਈ ਤੁਹਾਡਾ ਪਤਵੰਤਾ ਹੈ, ਬੜਾ ਸਤਿਕਾਰਯੋਗ ਹੈ, ਤੁਸੀਂ ਕਹੋ ਜੀ ਮੈਂ ਫਟਾਫਟ ਇਹਨਾਂ ਗੱਲ ਕਰ ਲਵਾਂ, ਨਿਬੇੜ ਲਵਾਂ ਕੰਮ ਮੇਰਾ, ਉਹਦਾ ਸਤਿਕਾਰ ਰਹਿ ਗਿਆ ਕੋਈ? ਤੇ ਅਸੀਂ ਤੇ ਇਹੀ ਕੁਝ ਰੱਖਿਆ ਨਿਤਨੇਮ ਦੇ ਪਰ ਫਟਾਫਟ ਨਿਤਨੇਮ ਕਰ ਲਈਏ, ਚਲੋ ਜੀ ਇਹ ਵੀ ਕੰਮ ਨਿਬੇੜ ਲਈਏ। ਨਿਤਨੇਮ ਕਰਨਾ, ਪਰ ਨਿਤਨੇਮ ਪਿਆਰ 'ਚ ਲਿਵਲੀਨ ਹੋਣ ਲਈ ਕਰਨਾ। ਸਿਮਰਨ ਕਰਨਾ, ਪਰ ਸਿਮਰਨ ਇਸ ਕਰਕੇ ਨਹੀਂ ਕਿ ਗਿਣਤੀ ਮਿਣਤੀ ਲਈ ਕਰਨਾ। ਉਹ ਕਰਨਾ ਕਿ ਅਸੀਂ ਸਿਮਰਨ ਵਿੱਚ ਲਿਵਲੀਨ ਹੋਣੇ, ਪਿਆਰ 'ਚ ਲਿਵਲੀਨ ਹੋਣੇ। ਜਦੋਂ ਵੀ ਭਾਵੇਂ ਥੋੜਾ ਚਿਰ, ਜਿੰਨਾ ਚਿਰ ਵੀ ਤੁਸੀਂ ਗੁਰਬਾਣੀ ਪੜ੍ਹਦੇ ਆ, ਵਾਹਿਗੁਰੂ ਜੀ ਨੂੰ ਚੇਤੇ ਕਰਦੇ ਹੋ, ਉਹਦੇ ਪਿਆਰ 'ਚ ਜੁੜ ਗਏ, ਉਦੋਂ ਹੀ ਜ਼ਿੰਦਗੀ 'ਚ ਦੁੱਖ ਭੱਜਣੇ ਸ਼ੁਰੂ ਹੋ ਜਾਣਗੇ, ਉਦੋਂ ਜ਼ਿੰਦਗੀ 'ਚ ਸੁੱਖਾਂ ਦਾ ਆਨੰਦ ਆਉਣਾ ਸ਼ੁਰੂ ਹੋ ਜਾਏਗਾ। ਸਾਹਿਬ ਕਹਿੰਦੇ ਉਸ ਪਰਮਾਤਮਾ ਦੇ ਗੁਣ ਅਸੀਂ ਬਿਆਨ ਹੀ ਨਹੀਂ ਕਰ ਸਕਦੇ। ਸਾਡੀ ਤੇ ਜਿਹਵਾ ਇੱਕ ਹੈ, ਕਿੰਨੇ ਕੁ ਗੁਣ ਅਸੀਂ ਗਿਣ ਲਾਂਗੇ? ਪਰਮਾਤਮਾ ਬੇਅੰਤ, ਅੱਜ ਤੱਕ ਕੋਈ ਰੱਬ ਦੇ ਗੁਣਾਂ ਦਾ ਅੰਤ ਪਾ ਨਹੀਂ ਸਕਿਆ, ਨਾ ਪਾ ਸਕਦਾ, ਨਾ ਪਾਉਣਾ ਸਾਡੀ ਜ਼ਿੰਦਗੀ ਦੀ ਕੋਈ ਡਿਊਟੀ ਹੈ। ਸਾਹਿਬ ਜੀ ਕਹਿੰਦੇ ਥਾਨ ਪਵਿੱਤਰ, ਮਾਨ ਪਵਿੱਤਰ, ਪਵਿੱਤਰ ਸੁਣ ਕਰਨ ਹਾਰੇ। ਵਾਹਿਗੁਰੂ ਜੀ ਦੀਆਂ ਵਡਿਆਈਆਂ ਨੇ ਪਰਮਾਤਮਾ ਦੀਆਂ, ਪਰਮਾਤਮਾ ਦੇ ਨਾਮ ਦੀਆਂ। ਜਿੱਥੇ ਪਰਮਾਤਮਾ ਆ ਜਾਏ, ਜਿੱਥੇ ਪਰਮਾਤਮਾ ਦਾ ਪਿਆਰ ਆ ਜਾਏ, ਉੱਥੇ ਕੀ ਕਲਾ ਵਰਤਦੀ? ਥਾਨ ਪਵਿੱਤਰ, ਉਹ ਥਾਂ ਹੀ ਪਵਿੱਤਰ ਹੋ ਜਾਂਦਾ। ਜਿੱਥੇ ਪਰਮਾਤਮਾ ਦਾ ਨਾਮ ਚੇਤੇ ਕੀਤਾ ਜਾਏ, ਜਿੱਥੇ ਨਾਮ ਜਪੀ ਪ੍ਰਭ ਪਿਆਰੇ, ਸੇ ਅਸਥਿਲ ਸੋਇਨ ਚੌਬਾਰੇ। ਜਿੱਥੇ ਵਾਹਿਗੁਰੂ ਜੀ ਦਾ ਨਾਮ ਜਪਿਆ ਜਾਏ, ਉਹ ਅਸਥਾਨ ਸ਼ੋਭਾ ਪਾਉਂਦੇ ਨੇ, ਚੁਬਾਰੇ ਸੋਹਣੇ ਘਰ ਬਾਹਰ ਲੱਗਦੇ ਨੇ। ਪਰ ਜਿੱਥੇ ਨਾਮ ਨਾ ਜਪਿਆ ਜਾਏ, ਸਹੀ ਨਗਰ ਉਜਾੜੀ ਜਿਓ। ਉਹ ਨਗਰ ਉਜਾੜ ਨੇ। ਉਜਾੜ ਜ਼ਰੂਰੀ ਨਹੀਂ ਜੰਗਲ ਨੂੰ ਕਿਹਾ ਜਾਂਦਾ। ਕਈ ਵੱਡੇ ਵੱਡੇ ਘਰ ਹੁੰਦੇ ਨੇ, ਵੱਡੇ ਵੱਡੇ ਘਰ, ਘਰਾਂ ਦੇ ਅੰਦਰ ਜਾਓ, ਅੱਖਾਂ ਪਾ ਕਹਿੰਦੇ ਇੱਥੇ ਉਜਾੜ ਜੀ ਪਈ, ਘਰ ਬੜਾ ਵੱਡਾ ਪਰ ਉਜਾੜ ਪਈ ਹੋਈ ਹੈ। ਉੱਥੇ ਜੰਗਲ ਨਹੀਂ ਹੈ, ਉੱਥੇ ਕੋਈ ਜਾਨਵਰ ਵੀ ਨਹੀਂ ਰਹਿ ਰਹੇ, ਗੰਦਗੀ ਵੀ ਕੋਈ ਨਹੀਂ, ਸਫਾਈ ਬੜੀ, ਆਪਾਂ ਕਹਿੰਦੇ ਉਜਾੜ ਜੀ ਪਈ ਹੋਈ ਹੈ। ਉੱਥੇ ਦੀ এনवायरमेंट ਇਹੋ ਜਿਹੀ ਕਿ ਉੱਥੇ ਪਿਆਰ ਨਹੀਂ ਹੈ, ਉੱਥੇ ਹੰਕਾਰ ਹੈ, ਉੱਥੇ ਨਫ਼ਰਤ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਜਿੱਥੇ ਪ੍ਰਮਾਤਮਾ ਦਾ ਪਿਆਰ ਆ ਗਿਆ, ਉਹ ਸਥਾਨ ਪਵਿੱਤਰ ਹੋ ਜਾਂਦਾ ਹੈ। ਜਿਸ ਮਨੁੱਖ ਦੇ ਹਿਰਦੇ 'ਚ ਪ੍ਰਮਾਤਮਾ ਦਾ ਪਿਆਰ ਆ ਗਿਆ, ਉਹ ਮਨੁੱਖ ਦਾ ਹਿਰਦਾ ਪਵਿੱਤਰ ਹੋ ਜਾਂਦਾ ਹੈ। ਮਾਨ ਪਵਿੱਤਰ ਆ। ਤੇ ਜਿਹੜੇ ਵਾਹਿਗੁਰੂ ਜੀ ਦੇ ਨਾਮ ਨੂੰ ਮੰਨਦੇ ਨੇ, ਮੰਨੇ ਕੀ ਗੱਤ ਕਹੀ ਨਾ ਜਾਏ, ਜਿਹੜੇ ਵਾਹਿਗੁਰੂ ਜੀ ਦੇ ਨਾਮ ਨੂੰ ਮੰਨਦੇ ਨੇ, ਉਹ ਵੀ ਪਵਿੱਤਰ ਹੋ ਜਾਂਦੇ ਨੇ। ਪਰਮਾਤਮਾ ਪਵਿੱਤਰ ਹੈ। ਜਿੱਥੇ ਪਰਮਾਤਮਾ ਦਾ ਨਾਮ ਆ ਜਾਏ, ਉਹ ਥਾਂ ਪਵਿੱਤਰ ਹੈ। ਜਿਹੜੇ ਮਨੁੱਖ ਪਰਮਾਤਮਾ ਦੇ ਨਾਮ ਨਾਲ ਜੁੜ ਜਾਣ, ਉਹ ਮਨੁੱਖ ਪਵਿੱਤਰ ਹੋ ਜਾਂਦੇ ਨੇ। ਪਵਿੱਤਰ ਸੁਣਨ ਕਰਨ ਹਾਰੇ। ਜਿਹੜੇ ਪਰਮਾਤਮਾ ਦੇ ਨਾਮ ਨੂੰ ਸੁਣਦੇ ਨੇ, ਇੱਕ ਤੇ ਨੇ ਮੰਨਦੇ ਨੇ, ਬੋਲਦੇ ਨੇ, ਇੱਕ ਸੁਣਦੇ ਨੇ। ਜਿਹੜੇ ਸੁਣਦੇ ਨੇ, ਉਹ ਸੁਣਨ ਵਾਲੇ ਵੀ ਪਵਿੱਤਰ ਹੋ ਜਾਂਦੇ ਨੇ। ਤੇ ਜਿਹੜੇ ਕਰਨ ਹਾਰੇ, ਵਾਹਿਗੁਰੂ ਜੀ ਦੇ ਨਾਮ ਨੂੰ ਚੇਤੇ ਕਰਦੇ ਨੇ, ਜਸ ਨੂੰ ਕਰਦੇ ਨੇ, ਉਹ ਵੀ ਪਵਿੱਤਰ ਹੋ ਜਾਂਦੇ ਨੇ। ਕਹਤੇ ਪੁਨੀਤ ਸੁਣਤੇ ਪਵਿੱਤਰ, ਸਤਿਗੁਰ ਰਿਆ ਭਰਪੂਰੇ। ਕਹਿਣ ਸੁਣਨ ਵਾਲੇ ਸਾਰਿਆਂ ਦਾ ਪਾਰੋ ਤਾਰਾ ਹੋ ਜਾਂਦੇ। ਬਾਬਾ ਕਬੀਰ ਸਾਹਿਬ ਜੀ ਨੇ ਕਿਹਾ ਸੀ, ਕੋਈ ਗਾਵੇ ਕੋ ਸੁਣੇ, ਹਰ ਨਾਮਾ ਚਿਤ ਲਾਏ। ਕੋਈ ਪ੍ਰਮਾਤਮਾ ਦੇ ਨਾਮ ਨੂੰ ਗਾਉਂਦਾ, ਕੋਈ ਸੁਣਦਾ, ਚਿੱਤ ਲਾ ਕੇ ਕੋ ਗਾ ਲੈ ਸੁਣ ਲੈ। ਕਹੋ ਕਬੀਰ ਸੰਸਾ ਨਹੀਂ, ਅੰਤ ਪਰਮਗਤ ਪਾਏ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਕੋਈ ਦੋਏ ਰਾਏ ਨਹੀਂ ਹੈ, ਕੋਈ ਇੱਥੇ ਸੰਸਾ ਨਹੀਂ ਹੈ। ਉਹ ਮਨੁੱਖ ਤੇ ਪਰਮ ਗਤੀ ਨੂੰ ਪ੍ਰਾਪਤ ਹੋ ਜਾਂਦਾ ਹੈ, ਜਿਹੜਾ ਗਾ ਲਵੇ, ਜਿਹੜਾ ਸੁਣ ਲਵੇ। ਪਵਿੱਤਰ ਸੁਣ ਕਰਨ ਹਾਰੇ,
ਜਿਹੜੇ ਪ੍ਰਮਾਤਮਾ ਦੇ ਨਾਮ ਨੂੰ ਸੁਣਦੇ ਨੇ, ਜਿਹੜੇ ਪ੍ਰਮਾਤਮਾ ਦੇ ਜਸ ਨੂੰ ਕਰਦੇ ਨੇ, ਜਿੱਥੇ ਪ੍ਰਮਾਤਮਾ ਦਾ ਜਸ ਕੀਤਾ ਜਾਂਦਾ ਹੈ ਉਹ ਥਾਂ ਉਹ ਮਨੁੱਖ ਪਵਿੱਤਰ ਹੋ ਜਾਂਦੇ ਨੇ। ਕਹੋ ਨਾਨਕ ਤੇ ਭਵਨ ਪਵਿੱਤਰ ਜਾਂ ਮੈਂ ਸੰਤ ਤੁਮਾਰੇ। ਹੁਣ ਜਿਹੜੇ ਪ੍ਰਮਾਤਮਾ ਦੇ ਨਾਮ ਨੂੰ ਕਰਦੇ ਨੇ, ਜਪਦੇ ਨੇ, ਹਰ ਜਸ ਕਰਦੇ ਨੇ, ਜਿਨ੍ਹਾਂ ਦੇ ਹਿਰਦੇ 'ਚ ਵਾਹਿਗੁਰੂ ਜੀ ਆ ਕੇ ਵਸ ਗਿਆ। ਗੱਲ ਇੱਥੋਂ ਸ਼ੁਰੂ ਹੋਈ ਸੀ ਕਿ ਸਰਬ ਸੁਖ ਤਾਹੂ ਕੈ ਪੂਰਨ ਜਾ ਕੈ ਸੁਖ ਹੈ ਹਰੀ। ਜਿਨ੍ਹਾਂ ਦੇ ਹਿਰਦੇ ਵਿੱਚ ਉਹ ਸੁੱਖਾਂ ਦਾ ਦਾਤਾ ਹਰੀ ਆ ਕੇ ਵਸ ਗਿਆ, ਗੱਲ ਉਹਨਾਂ ਦੀ ਹੈ ਜਿਨ੍ਹਾਂ ਦੇ ਅੰਦਰ ਪਰਮਾਤਮਾ ਵਸ ਗਿਆ। ਜਿਨ੍ਹਾਂ ਅੰਦਰ ਪਰਮਾਤਮਾ ਵਸ ਗਿਆ, ਜਿਹੜੇ ਪਵਿੱਤਰ ਹੋ ਗਏ ਨੇ, ਉਹਨਾਂ ਨੂੰ ਗੁਰਬਾਣੀ ਨੇ ਸੰਤ ਕਿਹਾ। ਸੰਤ ਦਾ ਅਰਥ ਜਿਨ੍ਹਾਂ ਦੇ ਅੰਦਰ ਪਰਮਾਤਮਾ ਵਸ ਗਿਆ, ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸਈ ਨਾਨਕਾ ਪੂਰਨ ਸੋਈ ਸੰਤ। ਜਿਹੜੇ ਉਹ ਸੰਤ ਨੇ ਰੱਬ ਦੇ ਪਿਆਰੇ, ਰੱਬ ਦੇ ਸੰਤਾਂ ਦੀ ਗੱਲ ਹੈ। ਇੱਥੇ ਗੁਰਬਾਣੀ ਨੇ ਹਰ ਕੇ ਸੰਤਾਂ ਦੀ ਗੱਲ ਕੀਤੀ ਹੈ, ਕਿਉਂਕਿ ਹੋਰ ਵੀ ਸੰਤ ਬੜੇ ਨੇ ਧਰਤੀ ਤੇ। ਸਤਿਗੁਰੂ ਜੀ ਨੂੰ ਉਚੇਚੇ ਤੌਰ ਤੇ ਕਹਿਣਾ ਪਿਆ, ਹਰ ਕੇ ਸੰਤਨ ਆਖੀਨ ਬਨਾਰਸ ਕੇ ਠੱਗ। ਸਤਿਗੁਰੂ ਜੀ ਉਹਨਾਂ ਦੀ ਗੱਲ ਨਹੀਂ ਕਰਦੀ ਜਿਹੜੇ ਭੇਖ ਪਾ ਕੇ ਕਹਿੰਦੇ ਅਸੀਂ ਸੰਤ ਬਣ ਗਏ। ਲੋਕੀ ਜਿਨ੍ਹਾਂ ਨੂੰ ਸੰਤ ਬਣਾ ਦੇਣ ਉਹ ਸੰਤ ਨਹੀਂ, ਜਾਂ ਮੀਡੀਆ ਜਾਂ ਗੌਰਮੈਂਟ ਜਿਹਨੂੰ ਸੰਤ ਬਣਾ ਦੇ ਉਹ ਸੰਤ ਦੀ ਗੱਲ ਨਹੀਂ ਹੈ ਇੱਥੇ। ਇਹ ਸੰਤ ਉਹ ਹੈ ਜਿਹੜਾ ਸੱਤ ਵਿੱਚ ਲਿਵਲੀਨ ਹੋ ਗਿਆ, ਜਿਹੜਾ 8 ਪੈਰ ਨਿਕਟ ਕਰ ਜਾਣੇ, ਪ੍ਰਭ ਕਾ ਕੀਆ ਮੀਠਾ ਮਾਨੇ, ਜਿਹੜੇ ਸੂਰਬੀਰ ਬਚਨ ਕੇ ਬਲੀ, ਕੌਲਾ ਬਪਰੀ ਜਿਨ ਸ਼ੰਤੀ ਛਲੀ। ਇਹ ਉਹਨਾਂ ਸੰਤਾਂ ਦੀ ਗੱਲ ਜਿਹੜੇ ਬਚਨਾਂ ਦੇ ਬਲੀ ਨੇ, ਯੋਧੇ ਨੇ, ਜਿਨ੍ਹਾਂ ਨੇ ਮਾਇਆ ਦੇ ਉੱਪਰ ਕਾਬੂ ਪਾ ਲਿਆ। ਸਾਹਿਬ ਜੀ ਕਹਿੰਦੇ ਕਹੋ ਨਾਨਕ ਤੇ ਭਵਨ ਪਵਿੱਤਰਾ ਜਾਂ ਮੈਂ ਸੰਤ ਤੁਮਾਰੇ। ਹੈ ਵਾਹਿਗੁਰੂ ਜੀ, ਜਿੱਥੇ ਤੁਹਾਡੇ ਸੰਤ ਆ ਕੇ ਬੈਠ ਗਏ ਉਹ ਥਾਂ ਪਵਿੱਤਰ ਹੋ ਜਾਂਦੀ ਹੈ। ਜਿੱਥੇ ਬੈਠਣ ਸਾਧ ਜਨ ਸੋ ਥਾਨ ਸੁਹੰਦਾ। ਜਿੱਥੇ ਕੋਈ ਰੱਬ ਦਾ ਸੰਤ ਆ ਕੇ ਬੈਠ ਜਾਏ ਉਹ ਧਰਤੀ ਸੋਹਣੀ ਬਣ ਜਾਂਦੀ ਹੈ, ਪਵਿੱਤਰ ਹੋ ਜਾਂਦੀ ਹੈ, ਮਹਾਨ ਬਣ ਜਾਂਦੀ, ਉਹ ਵਾਤਾਵਰਨ ਸੋਹਣਾ ਬਣ ਜਾਂਦਾ ਹੈ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਾਨੂੰ ਇਹ ਗੱਲ ਚੇਤੇ ਕਰਾਉਂਦੇ ਆ ਕਿ ਅਸੀਂ ਪ੍ਰਮਾਤਮਾ ਤੋਂ ਬਿਨਾਂ ਇੱਕ ਘੜੀ ਨਹੀਂ ਜੀਉ ਸਕਦੇ। ਸਾਡੇ ਅੰਦਰੋਂ ਦੀ ਜੋਤ ਨਿਕਲ ਜਾਏ ਤੇ ਅਸੀਂ ਮੁਰਦਾ ਹੋ ਜਾਂਦੇ। ਤੇ ਜਿਨ੍ਹਾਂ ਦੇ ਅੰਦਰ ਪ੍ਰਮਾਤਮਾ ਦਾ ਪਿਆਰ ਆ ਕੇ ਵਸ ਜਾਂਦਾ ਹੈ ਉਹ ਤੇ ਵਾਹਿਗੁਰੂ ਜੀ ਦੇ ਸਿਮਰਨ ਤੋਂ ਬਿਨਾਂ ਇੱਕ ਘੜੀ ਨਹੀਂ ਜਿਉਂਦੇ। ਉਹਨਾਂ ਦੇ ਅੰਦਰ ਸਾਰੇ ਸੁੱਖ ਪੈਦਾ ਹੋ ਜਾਂਦੇ ਨੇ, ਕਿਉਂਕਿ ਪ੍ਰਮਾਤਮਾ ਹੈ ਹੀ ਸੁੱਖ ਸਰੂਪ। ਉਹਨੂੰ ਚੇਤੇ ਕੀਤਿਆਂ ਬੇਅੰਤ ਆਨੰਦ ਮਿਲਦਾ ਹੈ। ਪ੍ਰਮਾਤਮਾ ਵੱਡ ਸਮਰੱਥ ਹੈ, ਸਾਡੇ ਅੰਗ ਸੰਗ ਹੈ। ਪ੍ਰਮਾਤਮਾ ਬੇਅੰਤ ਗੁਣਾਂ ਵਾਲਾ ਹੈ। ਜਿਹੜਾ ਜਿੱਥੇ ਵੀ ਜਦੋਂ ਵੀ ਜਿਵੇਂ ਵੀ ਪ੍ਰਮਾਤਮਾ ਨੂੰ ਚੇਤੇ ਕਰੇਗਾ ਉਹ ਪਵਿੱਤਰ ਹੋ ਜਾਏਗਾ, ਉਹ ਥਾਂ ਪਵਿੱਤਰ ਹੋ ਜਾਏਗੀ। ਸਤਿਗੁਰੂ ਜੀ ਮਿਹਰ ਕਰਨ, ਗੁਰਬਾਣੀ ਦੇ ਇਹ ਬਚਨ ਸਾਡੇ ਹਿਰਦੇ 'ਚ ਵਸਣ। ਉਹ ਪਰਮ ਪਿਤਾ ਵਾਹਿਗੁਰੂ ਜੀ ਦਾ ਪਿਆਰ ਸਾਡੇ ਹਿਰਦੇ 'ਚ ਵਸੇ। ਉੱਠਦਿਆਂ ਬੈਠਦਿਆਂ ਸੁੱਤਿਆਂ ਜਾਗਦਿਆਂ ਉਹਦੀ ਯਾਦ ਸਾਡੇ ਹਿਰਦੇ 'ਚ ਵਸੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਭੁੱਲ ਚੁੱਕ ਦੀ ਖਿਮਾ। ਗਰੀਬ ਨਿਵਾਸ ਸਤਿਗੁਰੂ ਜੀ ਸਮੂਹ ਸੰਗਤਾਂ ਨੂੰ ਆਪਣੇ ਦਰੋਂ ਕਰੋ ਨਾਮ ਬਾਣੀ ਦਾ ਪਿਆਰ ਬਖਸ਼ ਕੇ ਕਰਤਾਰਥ ਕਰਨ। ਪਿਆਰ ਸਤ ਸਾਰੇ ਹੀ ਮਿਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।